हेलो एवरीवन, मेरा नाम संदीप सिंह, कंप्यूटर अध्यापक सरकारी हाई स्कूल रत्ता बदाल गुरदासपुर। अज की मैं ये वीडियो +1 के विद्यार्थियों वास्ते लैके आया हाँ। सो +1 के विद्यार्थियों का चौथा चैप्टर है ऑपरेटर एंड एक्सप्रैशन इन सी। सो बच्चों सी दे विच किन्नी तरह के असीं ऑपरेटर यूज़ करते हैं तो किस तरह उन्होंने यूज़ करते हैं उहदे नाल रिलेटेड ये सारा चैप्टर है वो असीं इहनूं देखते हैं। सब तो पहला समझते हैं कि ऑपरेटर्स हुंदे की ने। सब तो पहला बच्चों देखो हुंदा है एक्सप्रैशन, जिस तरह असीं कोई बनाने हैं मैथ दे विच वी असीं लिखते हैं A = A + B। ये साडा एक एक्सप्रैशन हैगा है, ये सारे नूं असीं की कहांगे एक एक्सप्रैशन है A = A + B। ਇਹਦੇ ਵਿੱਚ A ਅਤੇ B ਕੀ ਨੇ? A ਅਤੇ B ਨੂੰ ਅਸੀਂ ਆਪਰੈਂਡਸ ਕਹਿੰਦੇ ਆ। ਠੀਕ ਹੈ, ਜਿਹੜੇ ਕੈਲਕੂਲੇਸ਼ਨਸ ਦੇ ਵਿੱਚ ਸਾਡੀ ਹੈਲਪ ਕਰਦੇ ਨੇ, ਜਿਹੜੇ ਦੇ ਨਾਲ ਅਸੀਂ ਕੈਲਕੂਲੇਸ਼ਨ ਕਰਦੇ ਉਹਨੂੰ ਅਸੀਂ ਉਹਦੇ ਆਪਰੈਂਡਸ ਕਹਾਂਗੇ। A ਐਂਡ B ਕੀ ਨੇ ਇਹਦੇ ਵਿੱਚ? ਆਪਰੈਂਡਸ। ਤੇ ਫਿਰ ਇਹ ਵਾਲਾ ਪਲੱਸ ਕੀ ਹੈਗਾ ਬੱਚੋ? ਪਲੱਸ ਸਾਡਾ ਆਪਰੇਟਰ ਹੈਗਾ। ਸੋ ਪਲੱਸ ਕੀ ਕਰੇਗਾ? ਇਹ ਕੈਲਕੂਲੇਸ਼ਨਸ ਨੂੰ ਪਰਫਾਰਮ ਕਰੇਗਾ, ਸਾਡੇ ਆਪਰੈਂਡਸ ਦੇ ਉੱਪਰ ਇਹ ਵਰਕ ਕਰੇਗਾ। ठीक है, जो साडियां ऑपरेंड्स दी वैल्यू होणगियां, जेड़ा भी असीं ऑपरेटर अप्लाई करांगे वो ऑपरेटर साडे ऑपरेंड्स दे उपर अप्लाई होके कैलकुलेट करेगा वैल्यू कैलकुलेट होने दे बाद उहनूं ए दे विच स्टोर कर देगा इक्वल टू साडा असाइनमेंट ऑपरेटर हैगा है। सो इस तरह ये ऑपरेंड एंड ऑपरेटर्स दे नाल साडे एक्सप्रैशन बनदे आ, जिहदे नाल असीं अपणियां डिफरेंट टाइप्स ਦੀਆਂ ਜਿਹੜੀਆਂ कैलकुलेशन हैगियां ਉਹਨੂੰ परफॉर्म करते हैं। सो बच्चों सी दी एक एडवांटेज हैगी है, सी इज वेरी रिच इन ऑपरेटर्स। जिन्ने ऑपरेटर बच्चों साडे को सी दे विच हुंदे ने, किसी होर लैंग्वेज दे विच उन्ने ऑपरेटर अवेलेबल नहीं हुंदे। सो सी दी जिहड़ी एडवांटेज हैगी है रिच इन ऑपरेटर्स, इट मीनस कि इहदे विच असीं बहुत सारे ऑपरेटर जिहड़े वो यूज़ करते हैं। आम लैंग्वेज दे विच सानूं इन्ने ऑपरेटर्स जिहड़े ने वो अवेलेबल नहीं हुंदे। आओ असीं सब तो पहला देखने टाइप्स ऑफ ऑपरेटर। तीन तरह ਦੀਆਂ टाइप्स हैगियां ने साडे को ऑपरेटर ਦੀਆਂ ਜਿਹਨੂੰ ਅਸੀਂ यूज़ करते हैं। फर्स्ट इज द यूनरी ऑपरेटर। यूनरी ऑपरेटर बच्चों की ਹੁੰਦਾ ਹੈ ਜਿਹੜਾ ਸਿੰਗਲ ऑपरेंड ਦੇ ਉੱਪਰ ਹੀ ਕੰਮ ਕਰੇਗਾ। ਠੀਕ ਹੈ, ਉਹਨੂੰ ਅਸੀਂ ਉਹਦਾ यूनरी ऑपरेटर ਕਵਾਂਗੇ। ਜਿਸ ਤਰ੍ਹਾਂ ਇਹਦੇ ਵਿੱਚ ਅਸੀਂ प्लस एंड माइनस ऑपरेटर यूज़ करते हैं, ਉਹ ਸਾਡੇ ਜਾਂ ਇੱਕ ਵੈਲਿਊ ਇੰਕਰੀਮੈਂਟ ਕਰਨਗੇ ਜਾਂ ਇੱਕ ਵੈਲਿਊ ਨੂੰ ਡਿਕਰੀਜ਼ ਕਰਨਗੇ, ਉਹਨੂੰ यूनरी ऑपरेटर ਕਹਿੰਦੇ ਆ। ਸੋ ਜਿਸ ਤਰ੍ਹਾਂ -7, ठीक है, माइनस इज द यूनरी ऑपरेटर है ਜਿਹੜਾ ਸਾਡੇ ਜਿਹੜੀ ਵੈਲਿਊ ਹੈਗਾ ਉਹਨੂੰ ਨੈਗੇਟਿਵ ਦੇ ਵਿੱਚ ਕਨਵਰਟ ਕਰ ਦੇਗਾ। ਸੋ ਮਾਈਨਸ ਇਜ਼ ਦਾ ਯੂਨਰੀ ਆਪਰੇਟਰ। ਉਹਦੇ ਬਾਅਦ ਸੈਕੰਡ ਟਾਈਪ ਆ ਜਾਂਦੀ ਬੱਚਿਓ ਬਾਈਨਰੀ ਆਪਰੇਟਰ ਦੀ। ਬਾਈਨਰੀ ਆਪਰੇਟਰ ਦੇ ਵਿੱਚ ਕੀ ਹੁੰਦਾ ਹੈ? ਜਿਹੜਾ ਦੋ ਆਪਰੈਂਡ ਦੇ ਉੱਪਰ ਕੰਮ ਕਰੇਗਾ। ਠੀਕ ਹੈ, ਇਹਦੇ ਲਈ ਮਿਨੀਮਮ ਸਾਨੂੰ ਦੋ ਆਪਰੈਂਡ ਜਿਹੜੇ ਚਾਹੀਦੇ ਹੋਣਗੇ। ਜਿਸ ਤਰ੍ਹਾਂ ਆਪਰੇਟ ਹੁੰਦਾ ਟੂ ਆਪਰੈਂਡਸ, ਫਾਰ ਐਗਜ਼ਾਮਪਲ A + B। ਹੁਣ A + B ਕੀ ਹੈਗਾ? ਸਾਡਾ ਬਾਈਨਰੀ ਆਪਰੇਟਰ ਹੈ ਜਿਹੜਾ ਦੋ ਆਪਰੈਂਡ ਦੇ ਵਿੱਚ ਜਿਹੜਾ ਸਾਡੀ ਕੈਲਕੂਲੇਸ਼ਨਸ ਨੂੰ ਪਰਫਾਰਮ ਕਰਕੇ ਦੇਗਾ। ਉਹਦੇ ਬਾਅਦ ਥਰਡ ਟਾਈਪ ਆ ਜਾਂਦੀ ਬੱਚਿਓ ਟਰਨਰੀ ਆਪਰੇਟਰ ਦੀ। ਟਰਨਰੀ ਆਪਰੇਟਰ ਦੇ ਵਿੱਚ ਕੀ ਹੁੰਦਾ ਹੈ ਕਿ ਆਪਰੇਟ ਕਰਦਾ ਹੈ ਤਿੰਨਾਂ ਵੈਲਿਊ ਦੇ ਉੱਪਰ, ਤਿੰਨ ਆਪਰੈਂਡਸ ਦੇ ਉੱਪਰ ਕੰਮ ਕਰੇਗਾ। ਸੋ ਸੀ ਦੇ ਵਿੱਚ ਟਰਨਰੀ ਆਪਰੇਟਰ ਹੈ, ਕੁਐਸਚਨ ਮਾਰਕ ਨੂੰ ਅਸੀਂ ਇਹਦਾ ਟਰਨਰੀ ਆਪਰੇਟਰ ਕਹਿੰਦੇ ਆ। ਜਿਸ ਤਰ੍ਹਾਂ ਇਹ ਕੰਡੀਸ਼ਨ ਦੇ ਉੱਪਰ ਵਰਕ ਕਰੇਗਾ, ਜੇਕਰ ਕੰਡੀਸ਼ਨ ਟਰੂ ਹੋਏਗੀ ਤਾਂ A ਦੀ ਵੈਲਿਊ ਬਿਗ ਨੂੰ ਅਸਾਈਨ ਕਰੇਗਾ, ਜੇਕਰ ਕੰਡੀਸ਼ਨ ਫਾਲਸ ਹੋਏਗੀ ਤਾਂ B ਦੀ ਵੈਲਿਊ ਬਿਗ ਨੂੰ ਅਸਾਈਨ ਕਰੇਗਾ। ਸੋ ਨੈਕਸਟ ਅਸੀਂ ਇਹਨੂੰ ਫਿਰ ਡਿਸਕਸ ਕਰਾਂਗੇ ਟਰਨਰੀ ਆਪਰੇਟਰ ਨੂੰ। ਸਭ ਤੋਂ ਪਹਿਲਾਂ ਅਸੀਂ ਟਾਈਪਸ ਆਫ ਬਾਈਨਰੀ ਆਪਰੇਟਰ ਜਿਹੜੇ ਹੈਗੇ ਉਹਨੂੰ ਡਿਸਕਸ ਕਰਦੇ ਹਾਂ ਕਿ ਕਿੰਨੀ ਟਾਈਪ ਦੇ ਸਾਡੇ ਕੋਲ ਬਾਈਨਰੀ ਆਪਰੇਟਰ ਅਵੇਲੇਬਲ ਨੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਹਾਂ। ਸੋ ਬੱਚਿਓ ਸਭ ਤੋਂ ਪਹਿਲਾਂ ਬਾਈਨਰੀ ਆਪਰੇਟਰ ਦੀ ਐਗਜ਼ਾਮਪਲ ਹੈਗੀ ਆ ਅਰਥਮੈਟਿਕ ਆਪਰੇਟਰਸ। अर्थमैटिक ऑपरेटर्स ਜਿਹੜੇ ਸਾਡੇ अर्थमैटिक कैलकुलेशन ਵਾਸਤੇ ਅਸੀਂ यूज़ ਕਰਦੇ ਹਾਂ ਉਹਨੂੰ अर्थमैटिक ऑपरेटर ਕਹਿੰਦੇ ਨੇ। ਤੁਸੀਂ ਸਾਰੇ ਜਾਣਦੇ ਜੇ, ਜਿਸ ਤਰ੍ਹਾਂ ਪਲੱਸ, ਮਾਈਨਸ, ਮਲਟੀਪਲਾਈ, ਡਿਵਾਈਡ ਐਂਡ ਮੋਡੂਲਸ। ਇੱਥੇ ਸਾਡੇ ਕੋਲ ਸਾਰੇ ਜਿਹੜੇ अर्थमैटिक ऑपरेटर ਹੈਗੇ ਨੇ। ਪਲੱਸ ਜਿਹੜਾ ਹੈਗਾ ਐਡੀਸ਼ਨ ਲਈ यूज़ ਕਰਦੇ ਆ, ਮਾਈਨਸ ਜਿਹੜਾ ਹੈਗਾ ਸਬਟ੍ਰੈਕਸ਼ਨ ਲਈ यूज़ ਕਰਾਂਗੇ, ਜਿਹੜਾ ਮਲਟੀਪਲਾਈ ਹੈਗਾ ਮਲਟੀਪਲੀਕੇਸ਼ਨ ਵਾਸਤੇ यूज़ ਕਰਦੇ ਆ, ਬਟ ਡਿਵਾਈਡ ਜਿਹੜਾ ਡਿਵੀਜ਼ਨ ਵਾਸਤੇ, ਤੇ ਮੋਡੂਲਸ ਆਪਰੇਟਰ ਜਿਹੜਾ ਹੈਗਾ ਸਾਡਾ ਰਿਮਾਈਂਡਰ ਸਟੋਰ ਕਰੇਗਾ। ਜੇਕਰ ਤੁਸੀਂ ਰਿਮਾਈਂਡਰ ਦੀ ਵੈਲਿਊ ਲੈਣੀ ਚਾਹੁੰਦੇ ਜੇ ਆਪਣੇ ਪ੍ਰੋਗਰਾਮ ਦੇ ਵਿੱਚ, ਫਿਰ ਅਸੀਂ ਡਿਵਾਈਡ ਨਹੀਂ, ਫਿਰ ਅਸੀਂ ਮੋਡੂਲਸ ਆਪਰੇਟਰ ਨੂੰ ਯੂਜ਼ ਕਰਕੇ ਆਪਣੀ ਜਿਹੜੀ ਇਕੁਏਸ਼ਨਸ ਹੈਗੀਆਂ ਬਣਾ ਸਕਨੇ ਆ, ਕੈਲਕੂਲੇਸ਼ਨਸ ਜਿਹੜੀਆਂ ਹੈਗੀਆਂ ਉਹਨੂੰ ਪਰਫਾਰਮ ਕਰ ਸਕਨੇ ਆ।
ਸੋ ਨੈਕਸਟ ਅਸੀਂ ਦੇਖਨੇ ਆ ਬਾਈਨਰੀ ਆਪਰੇਟਰ ਦੇ ਵਿੱਚ। ਪਿਆਰੇ ਬੱਚਿਓ, ਅੱਜ ਅਸੀਂ ਸੀ ਦੇ ਚੌਥੇ ਪਾਠ ਆਪਰੇਟਰ ਅਤੇ ਐਕਸਪ੍ਰੈਸ਼ਨ ਬਾਰੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਇਹਦੇ ਪ੍ਰੋਗਰਾਮ ਦੇਖਦੇ ਹਾਂ। ਸਭ ਤੋਂ ਪਹਿਲਾਂ ਆਪਰੇਟਰਸ ਦੇ ਵਿੱਚ ਆਉਂਦੇ ਨੇ ਅਰਥਮੈਟਿਕ ਆਪਰੇਟਰਸ, ਜਿਹਦੇ ਵਿੱਚ ਅਸੀਂ ਪਲੱਸ, ਮਾਈਨਸ, ਮਲਟੀਪਲਾਈ, ਡਿਵਾਈਡ ਇਹ ਸਾਰੇ ਆਪਰੇਟਰ ਨੂੰ ਯੂਜ਼ ਕਰਦੇ ਹਾਂ। ਇਹਨਾਂ ਸਾਰੇ ਆਪਰੇਟਰ ਨੂੰ ਅਰਥਮੈਟਿਕ ਆਪਰੇਟਰ ਕਿਹਾ ਜਾਂਦਾ ਹੈ। ਸੋ ਜਿਸ ਤਰ੍ਹਾਂ ਅਸੀਂ ਇੱਕ ਪ੍ਰੋਗਰਾਮ ਬਣਾਇਆ ਜਿਹੜਾ ਸਾਡੇ ਅਰਥਮੈਟਿਕ ਆਪਰੇਟਰ ਦੀ ਉਦਾਹਰਣ ਹੈ, ਜਿਹਦੇ ਵਿੱਚ ਅਸੀਂ ਪਲੱਸ, ਮਾਈਨਸ, ਮਲਟੀਪਲਾਈ, ਡਿਵਾਈਡ ਇਹ ਸਾਰੇ ਆਪਰੇਟਰ ਯੂਜ਼ ਕੀਤੇ ਨੇ। ਸੋ ਦੇਖਦੇ ਹਾਂ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਇੰਟੀਜ਼ਰ ਵੇਰੀਏਬਲ ਲਏ ਨੇ ਦੋ, n1 ਅਤੇ n2। ਉਹਦੇ ਬਾਅਦ ਹੋਰ ਇੰਟੀਜ਼ਰ ਵੇਰੀਏਬਲ ਲਏ ਨੇ ਸਮ, ਡਿਫਰੈਂਸ, ਪ੍ਰੋਡਕਟ, ਕੋਸ਼ੈਂਟ ਤੇ ਰਿਮਾਈਂਡਰ। ਸੋ ਅਸੀਂ ਇਹਨਾਂ ਆਪਰੇਟਰ ਨੂੰ ਦੇਖਦੇ ਹਾਂ। ਪਹਿਲਾਂ ਅਸੀਂ n1 ਤੇ n2 ਦੇ ਵਿੱਚ ਡਿਫਾਲਟ ਵੈਲਿਊ 20, n1 ਦੇ ਵਿੱਚ 20, n2 ਦੇ ਵਿੱਚ 3 ਵੈਲਿਊ ਸਟੋਰ ਕੀਤੀ ਹੈ। ਸੋ ਸਮ ਦੇ ਵਿੱਚ ਅਸੀਂ ਸਮ ਕੀਤਾ ਹੈ, ਪਲੱਸ ਦਾ ਆਪਰੇਟਰ ਯੂਜ਼ ਕੀਤਾ ਹੈ। ਡਿਫਰੈਂਸ ਦੇ ਵਿੱਚ ਅਸੀਂ ਮਾਈਨਸ ਆਪਰੇਟਰ ਯੂਜ਼ ਕੀਤਾ ਹੈ। ਸੋ ਪ੍ਰੋਡਕਟ ਦੇ ਵਿੱਚ ਮਲਟੀਪਲਾਈ ਦਾ ਆਪਰੇਟਰ ਯੂਜ਼ ਕੀਤਾ ਹੈ। ਕੋਸ਼ੈਂਟ ਦੇ ਵਿੱਚ ਅਸੀਂ ਡਿਵਾਈਡ ਦਾ ਆਪਰੇਟਰ ਯੂਜ਼ ਕੀਤਾ ਹੈ। ਤੇ ਰਿਮਾਈਂਡਰ ਦੇ ਵਿੱਚ ਬੱਚਿਓ ਇਹ ਬੜਾ ਇੰਪੋਰਟੈਂਟ ਆਪਰੇਟਰ ਹੈਗਾ ਹੈ। ਇਹ ਸਾਡਾ ਰਿਮਾਈਂਡਰ ਸਟੋਰ ਕਰੇਗਾ। n1 ਦੇ ਨਾਲ n2 ਨੂੰ ਡਿਵਾਈਡ ਕਰੇਗਾ, ਜੋ ਬਾਕੀ ਬਚੇਗਾ ਉਹਨੂੰ ਰਿਮਾਈਂਡਰ ਦੇ ਵਿੱਚ ਸਟੋਰ ਕਰਕੇ ਸਾਨੂੰ ਸ਼ੋ ਕਰੇਗਾ। ਉਹਦੇ ਬਾਅਦ ਅਸੀਂ ਸਮ, ਡਿਫਰੈਂਸ, ਪ੍ਰੋਡਕਟ, ਕੋਸ਼ੈਂਟ ਤੇ ਰਿਮਾਈਂਡਰ ਜਿਹੜੇ ਹੈਗੇ ਉਹਨਾਂ ਨੂੰ ਪ੍ਰਿੰਟ ਕਰਵਾਇਆ ਹੈ। ਆਓ ਦੇਖਦੇ ਹਾਂ ਬੱਚੋ ਇਹਦੀ ਆਉਟਪੁੱਟ ਕਿਸ ਤਰ੍ਹਾਂ ਦੀ ਹੋਏਗੀ। ਇਹ ਦੇਖੋ ਬੱਚੋ, 20 ਨੂੰ ਪਲੱਸ ਕੀਤਾ 3 ਨਾਲ 23 ਹੋ ਗਿਆ, ਮਾਈਨਸ ਕੀਤਾ 17 ਹੋ ਗਿਆ, ਪ੍ਰੋਡਕਟ ਇਹਦਾ 60 ਹੋ ਗਿਆ, ਕੁਐਸਚਨ ਜਿਹੜਾ 6 ਆਏਗਾ ਤੇ ਰਿਮਾਈਂਡਰ ਜਿਹੜਾ 2 ਹੋਏਗਾ। ਸੋ ਇਸ ਤਰ੍ਹਾਂ ਇਹ ਸਾਡਾ ਅਰਥਮੈਟਿਕ ਆਪਰੇਟਰ। ਸੋ ਨੈਕਸਟ ਬੱਚੋ ਸਾਡੇ ਕੋਲ ਹੈਗਾ ਹੈ ਰਿਲੇਸ਼ਨਲ ਆਪਰੇਟਰ। ਸੋ ਇਹ ਰਿਲੇਸ਼ਨਲ ਆਪਰੇਟਰ ਕੀ ਕਰਦੇ ਨੇ, ਇਹ ਸਾਨੂੰ ਦੋ ਵੈਲਿਊਜ਼ ਦੇ ਵਿੱਚ ਰਿਲੇਸ਼ਨ ਦੱਸਦੇ ਨੇ ਕਿ ਦੋ ਵੈਲਿਊਜ਼ ਦੇ ਵਿੱਚ ਰਿਲੇਸ਼ਨ ਕੀ ਹੋਏਗਾ, ਕੰਡੀਸ਼ਨਸ ਕੀ ਹੋਏਗੀ ਦੋ ਵੈਲਿਊ ਦੀ। ਜਿਸ ਤਰ੍ਹਾਂ a ਗ੍ਰੇਟਰ ਦੈਨ b ਹੈਗਾ ਹੈ ਜਾਂ ਨਹੀਂ ਹੈਗਾ। ਸੀਗਾ a ਦਾ b ਦੇ ਨਾਲ ਰਿਲੇਸ਼ਨ ਕੀ ਹੋਏਗਾ ਕਿ a b ਤੋਂ ਵੱਡਾ ਹੈਗਾ ਹੈ ਜਾਂ ਨਹੀਂ ਹੈਗਾ। ਸੋ ਇਹਦੇ ਨਾਲ ਡਿਫਰੈਂਟ ਟਾਈਪ ਦੇ ਸਾਡੇ ਕੋਲ ਰਿਲੇਸ਼ਨਲ ਆਪਰੇਟਰ ਹੈਗੇ ਨੇ। ਜਿਸ ਤਰ੍ਹਾਂ ਲੈਸ ਦੈਨ, ਗ੍ਰੇਟਰ ਦੈਨ, ਇਕੁਅਲ ਟੂ, ਲੈਸ ਦੈਨ, ਇਕੁਅਲ ਟੂ, ਇਜ਼ ਇਕੁਅਲ ਟੂ ਐਂਡ ਨਾਟ ਇਕੁਅਲ ਟੂ। ਜਿਹੜਾ ਇਜ਼ ਇਕੁਅਲ ਟੂ ਹੈ ਬੱਚੋ ਅਸੀਂ ਡਬਲ ਟਾਈਮ ਯੂਜ਼ ਕਰਾਂਗੇ ਇਕੁਅਲ ਟੂ ਦਾ ਸਾਈਨ। ਸੋ ਇਹ ਸਾਡੇ ਕੋਲ ਡਿਫਰੈਂਟ ਟਾਈਪ ਦੇ ਜਿਹੜੇ ਰਿਲੇਸ਼ਨਲ ਆਪਰੇਟਰ ਹੈਗੇ ਨੇ, ਇਹ ਹਮੇਸ਼ਾ ਕਿਸੇ ਕੰਡੀਸ਼ਨ ਦੇ ਉੱਪਰ ਹੀ ਵਰਕ ਕਰਨਗੇ। ਅਸੀਂ ਮੋਸਟਲੀ ਇਹਨੂੰ ਇਫ ਦੇ ਵਿੱਚ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਇਫ a ਗ੍ਰੇਟਰ ਦੈਨ b, ਜੇਕਰ a ਗ੍ਰੇਟਰ ਦੈਨ b ਹੋਏਗਾ, ਕੰਡੀਸ਼ਨ ਟਰੂ ਹੋਏਗੀ ਤਾਂ ਕੀ ਪ੍ਰਿੰਟ ਕਰੇਗਾ, a ਇਜ਼ ਬਿਗ। ਸੋ ਰਿਲੇਸ਼ਨਲ ਆਪਰੇਟਰ ਕੀ ਕਰਦੇ ਨੇ, ਦੋ ਵੈਲਿਊਜ਼ ਦੇ ਵਿੱਚ ਰਿਲੇਸ਼ਨ ਨੂੰ ਫਾਈਂਡ ਆਊਟ ਕਰਕੇ ਸਾਨੂੰ ਦੱਸਣਗੇ ਕਿ ਕੀ ਹੈਗਾ ਹੈ। ਉਹਦੇ ਬਾਅਦ ਨੈਕਸਟ ਬੱਚੋ ਹੈਗੇ ਨੇ ਲੌਜੀਕਲ ਆਪਰੇਟਰ। ਲੌਜੀਕਲ ਆਪਰੇਟਰ ਕੀ ਕਰਦੇ ਨੇ, ਕਈ ਵਾਰ ਕੀ ਹੁੰਦਾ ਹੈ ਕਿ ਸਾਨੂੰ ਦੋ ਰਿਲੇਸ਼ਨ ਨੂੰ ਕੰਬਾਈਨ ਕਰਨਾ ਪੈਂਦਾ ਹੈ। ਠੀਕ ਹੈ, ਇਹ ਸਿੰਗਲ ਰਿਲੇਸ਼ਨ ਹੋ ਗਿਆ। ਜੇਕਰ ਇਸ ਤਰ੍ਹਾਂ ਦਾ ਇੱਕ ਰਿਲੇਸ਼ਨ ਹੋਰ ਹੋਵੇ, ਦੋ ਰਿਲੇਸ਼ਨ ਨੂੰ ਕੰਬਾਈਨ ਕਰਨਾ ਹੋਵੇ ਤਾਂ ਅਸੀਂ ਲੌਜੀਕਲ ਆਪਰੇਟਰ ਦੇ ਨਾਲ ਦੋ ਰਿਲੇਸ਼ਨ ਨੂੰ ਆਪਸ ਦੇ ਵਿੱਚ ਜੋੜ ਸਕਦੇ ਹਾਂ, ਕੰਬਾਈਨ ਕਰ ਸਕਦੇ ਹਾਂ। ਸੋ ਲੌਜੀਕਲ ਆਪਰੇਟਰ ਦਾ ਕੀ ਕੰਮ ਹੈ, ਟੂ ਟਾਈਪਸ ਆਫ ਦਾ ਰਿਲੇਸ਼ਨ ਆਪਰੇਟਰਸ ਨੂੰ ਕੰਬਾਈਨ ਕਰੇਗਾ। ਇਹ ਤਿੰਨ ਤਰ੍ਹਾਂ ਦੇ ਹੁੰਦੇ ਨੇ, ਐਂਡ, ਔਰ ਅਤੇ ਨੋਟ। ਇਹ ਕੀ ਕਰੇਗਾ ਬੱਚੋ, ਐਂਡ ਦੇ ਵਿੱਚ ਸਾਡਾ ਆਪਰੇਟਰ ਕਿਸ ਤਰ੍ਹਾਂ ਕੰਮ ਕਰੇਗਾ। ਜਿਸ ਤਰ੍ਹਾਂ ਫॉर ਐਗਜ਼ਾਮਪਲ ਲਿਆ ਹੈ, ਇਹ ਦੇਖੋ ਦੋ ਕੰਡੀਸ਼ਨਾਂ ਲਈਆਂ, a ਗ੍ਰੇਟਰ ਦੈਨ b ਐਂਡ a ਗ੍ਰੇਟਰ ਦੈਨ c। ਇਟ ਮੀਨਸ ਕਿ ਅਸੀਂ ਕੀ ਕਹਿਣਾ ਚਾਹੁੰਦੇ ਆ ਕਿ ਇਹ ਤਿੰਨਾਂ ਨੰਬਰਾਂ ਦੇ ਵਿੱਚੋਂ ਅਸੀਂ ਬਿਗੇਸਟ ਫਾਈਂਡ ਆਊਟ ਕਰਨਾ ਹੈ। ਹੁਣ ਤਿੰਨਾਂ ਨੰਬਰਾਂ ਚੋਂ ਕਿਸ ਤਰ੍ਹਾਂ ਬਿਗੇਸਟ ਫਾਈਂਡ ਆਊਟ ਕਰਾਂਗੇ, ਜੇਕਰ ਫਸਟ ਨੰਬਰ a ਹੈਗਾ ਗ੍ਰੇਟਰ ਦੈਨ ਹੋਏਗਾ ਸੈਕੰਡ ਨੰਬਰ ਤੋਂ। ਠੀਕ ਹੈ, ਬਟ ਇੱਕ ਕੰਡੀਸ਼ਨ ਹੋਰ ਹੈਗੀ ਹੈ, ਤਾਂ ਮਤਲਬ ਦੋ ਕੰਡੀਸ਼ਨਾਂ ਹੋ ਗਈਆਂ ਨਾ। ਹੁਣ ਦੋ ਕੰਡੀਸ਼ਨਾਂ ਨੂੰ ਕੰਬਾਈਨ ਕਰਨ ਵਾਸਤੇ ਸਾਨੂੰ ਲੌਜੀਕਲ ਆਪਰੇਟਰ ਐਂਡ ਯੂਜ਼ ਕਰਨਾ ਪਏਗਾ। ਐਂਡ a ਗ੍ਰੇਟਰ ਦੈਨ c, ਇਹਦਾ ਮਤਲਬ a ਜਿਹੜਾ ਬਿਗੇਸਟ ਹੈਗਾ b ਤੋਂ ਤੇ a ਬਿਗੇਸਟ ਹੈਗਾ c ਤੋਂ। ਇਹਦਾ ਮਤਲਬ ਤਿੰਨਾਂ ਨੰਬਰਾਂ ਚੋਂ ਵੱਡਾ ਨੰਬਰ ਕਿਹੜਾ ਹੋਏਗਾ, a। ਸੋ ਅਸੀਂ ਕੀ ਪ੍ਰਿੰਟ ਕਰਾਂਗੇ, a ਇਜ਼ ਬਿਗ। ਸੋ ਇਹ ਲੌਜੀਕਲ ਆਪਰੇਟਰ ਕੀ ਕਰਦੇ ਨੇ, ਕੰਡੀਸ਼ਨਸ ਨੂੰ ਕੰਬਾਈਨ ਕਰਦੇ ਨੇ। ਹੁਣ ਐਂਡ ਆਪਰੇਟਰ ਕਦੋਂ ਕੰਮ ਕਰੇਗਾ ਬੱਚੋ, ਜਦੋਂ ਦੋਨੇ ਕੰਡੀਸ਼ਨਾਂ ਟਰੂ ਹੋਣਗੀਆਂ, ਉਸ ਕੇਸ ਦੇ ਵਿੱਚ ਸਾਡਾ ਐਂਡ ਆਪਰੇਟਰ ਕੰਮ ਕਰੇਗਾ। ਇਟ ਮੀਨਸ ਜੇਕਰ ਫਸਟ ਕੰਡੀਸ਼ਨ ਟਰੂ ਹੈ, ਸੈਕੰਡ ਕੰਡੀਸ਼ਨ ਟਰੂ ਹੈ,
ਤਾਂ ਫਿਰ ਸਾਡੀ ਜਿਹੜੀ ਸਟੇਟਮੈਂਟ ਹੈ ਉਹ ਐਗਜ਼ੀਕਿਊਟ ਹੋਏਗੀ। ਜੇਕਰ ਇਹਦੀ ਜਗ੍ਹਾ ਤੇ ਅਸੀਂ ਔਰ ਆਪਰੇਟਰ ਲਗਾ ਦਿੰਦੇ, ਔਰ ਕੀ ਕਰਦਾ ਹੈ ਕਿ ਇਹਨਾਂ ਦੋਵਾਂ ਚੋਂ ਜੇਕਰ ਇੱਕ ਵੀ ਕੰਡੀਸ਼ਨ ਟਰੂ ਹੋਗੀ ਤਾਂ ਉਹ ਵਰਕ ਕਰ ਜਾਏਗਾ। ਜਿਸ ਤਰ੍ਹਾਂ ਜੇਕਰ a b ਹੋਏਗੀ ਤਦ ਵੀ ਚੱਲ ਜਾਏਗਾ, a c ਹੋਏਗੀ ਤਦ ਵੀ ਚੱਲ ਜਾਏਗਾ ਜੇਕਰ ਅਸੀਂ ਔਰ ਆਪਰੇਟਰ ਯੂਜ਼ ਕਰਦੇ ਹਾਂ। ਜਸਟ ਲਾਈਕ ਬੱਚੋ ਜਿਸ ਤਰ੍ਹਾਂ ਅਸੀਂ ਨਾਰਮਲ ਔਰ ਐਗਜ਼ਾਮਪਲ ਲੈਂਦੇ ਹਾਂ ਕਿ ਜੇਕਰ ਇਹ ਚੱਲੇਗਾ ਔਰ ਇਹ ਚੱਲੇਗਾ, ਦੋਨਾਂ ਦੇ ਵਿੱਚ ਇੱਕ ਵੀ ਕੰਡੀਸ਼ਨ ਟਰੂ ਹੋਏਗੀ ਤਾਂ ਵਰਕ ਕਰ ਜਾਏਗਾ। ਨੋਟ ਆਪਰੇਟਰ ਬੱਚੋ ਕੀ ਕਰੇਗਾ, ਇਹ ਸਾਡੀ ਜੇਕਰ ਕੰਡੀਸ਼ਨ ਟਰੂ ਹੈ ਤਾਂ ਉਹਨੂੰ ਫਾਲਸ ਕਰ ਦੇਗਾ, ਜੇਕਰ ਕੰਡੀਸ਼ਨ ਫਾਲਸ ਹੈ ਤਾਂ ਉਹਨੂੰ ਟਰੂ ਕਰ ਦੇਗਾ। ਇਟ ਮੀਨਸ ਰਿਵਰਸੀਬਲ ਕਰ ਦੇਗਾ ਔਰ ਆਪਰੇਟਰ। ਸੋ ਤਿੰਨ ਤਰ੍ਹਾਂ ਦੇ ਅਸੀਂ ਲੌਜੀਕਲ ਆਪਰੇਟਰ ਜਿਹੜੇ ਹੈਗੇ ਉਹ ਯੂਜ਼ ਕਰਦੇ ਹਾਂ। ਨੈਕਸਟ ਹੈਗਾ ਬੱਚੋ ਸਾਡੇ ਕੋਲ ਅਸਾਈਨਮੈਂਟ ਆਪਰੇਟਰ। ਅਸਾਈਨਮੈਂਟ ਆਪਰੇਟਰ ਕੀ ਕਰਦਾ ਹੈਗਾ ਬੱਚੋ, ਵੈਲਿਊ ਅਸਾਈਨ ਕਰਦਾ ਹੈ ਵੇਰੀਏਬਲਸ ਨੂੰ। ਇਹ ਕੀ ਕਰਦਾ ਹੈ, ਰਾਈਟ ਸਾਈਡ ਦਾ ਐਕਸਪ੍ਰੈਸ਼ਨ ਨੂੰ ਕੈਲਕੂਲੇਟ ਕਰੇਗਾ ਤੇ ਲੈਫਟ ਸਾਈਡ ਤੇ ਉਹਨੂੰ ਅਸਾਈਨ ਕਰੇਗਾ। ਫॉर ਐਗਜ਼ਾਮਪਲ ਜਿਸ ਤਰ੍ਹਾਂ ਐਕਸਪ੍ਰੈਸ਼ਨ ਹੈਗਾ ਬੱਚੋ, ਇਹਦੇ ਵਿੱਚ ਇਹ ਕੀ ਕਰੇਗਾ, ਸਾਡੇ ਕੋਲੋਂ ਇਹ ਵਾਲਾ ਜਿਹੜਾ ਐਕਸਪ੍ਰੈਸ਼ਨ ਹੈਗਾ ਬੱਚੋ a b ਅਤੇ c, a plus b multiply by c ਨੂੰ ਕੈਲਕੂਲੇਟ ਕਰੇਗਾ। ਇਹ ਸਾਰੀ ਵੈਲਿਊ ਨੂੰ ਕੈਲਕੂਲੇਟ ਕਰਨ ਦੇ ਬਾਅਦ ਜੋ ਵੀ ਸਾਡਾ ਰਿਜ਼ਲਟ ਹੋਏਗਾ ਉਹਨੂੰ d ਦੇ ਵਿੱਚ ਸਟੋਰ ਕਰ ਦੇਗਾ, ਅਸਾਈਨ ਕਰ ਦੇਗਾ ਵੈਲਿਊ d ਨੂੰ। ਠੀਕ ਹੈ, ਸੋ a plus b multiply by c ਐਕਸਪ੍ਰੈਸ਼ਨ ਕੈਲਕੂਲੇਟ ਹੋਏਗਾ। ਸਾਰਾ ਐਕਸਪ੍ਰੈਸ਼ਨ ਕੈਲਕੂਲੇਟ ਹੋਣ ਦੇ ਬਾਅਦ ਜੋ ਵੀ ਇਹਦਾ ਰਿਜ਼ਲਟ ਆਏਗਾ ਉਹ ਕਿਹਦੇ ਵਿੱਚ ਸਟੋਰ ਹੋ ਜਾਏਗਾ, d ਦੇ ਵਿੱਚ। ਕੌਣ ਕਰੇਗਾ, ਅਸਾਈਨਮੈਂਟ ਆਪਰੇਟਰ ਇਕੁਅਲ ਟੂ ਦਾ ਜਿਹੜਾ ਸਾਈਨ ਹੁੰਦਾ ਹੈ। ਸੋ ਅਸਾਈਨਮੈਂਟ ਆਪਰੇਟਰ ਦੀ ਇੱਕ ਹੋਰ ਐਗਜ਼ਾਮਪਲ ਹੁੰਦੀ ਹੈ ਬੱਚੋ ਸ਼ਾਰਟ ਹੈਂਡ ਆਪਰੇਟਰ ਦੇ ਨਾਲ ਅਸੀਂ ਇਹਨੂੰ ਯੂਜ਼ ਕਰਦੇ ਹਾਂ। ਇਹ ਸਿਰਫ ਇੱਕ ਕੰਡੀਸ਼ਨ ਦੇ ਉੱਪਰ ਹੀ ਵਰਕ ਕਰੇਗਾ, ਜਿੱਥੇ ਸਾਡਾ ਆਪਰੈਂਡ ਜਿਹੜਾ ਹੈਗਾ ਹੈ ਜਿਹਦੇ ਵਿੱਚ ਅਸੀਂ ਵੈਲਿਊ ਸਟੋਰ ਕਰਨੀ ਹੈ, ਜੇਕਰ ਐਕਸਪ੍ਰੈਸ਼ਨ ਦੇ ਵਿੱਚ ਰਿਪੀਟ ਹੋ ਰਿਹਾ ਹੈ ਤਾਂ ਅਸੀਂ ਸ਼ਾਰਟ ਹੈਂਡ ਆਪਰੇਟਰ ਜਿਹੜਾ ਉਹ ਯੂਜ਼ ਕਰ ਸਕਦੇ ਹਾਂ। ਹੁਣ ਫॉर ਐਗਜ਼ਾਮਪਲ ਜੇਕਰ ਸਾਡੇ ਕੋਲ ਦੇਖੋ ਵੈਲਿਊ ਹੈਗੀ ਹੈ, ਅਸੀਂ a plus b ਲਿਖਣਾ ਚਾਹੁੰਦੇ ਹਾਂ। ਠੀਕ ਹੈ, ਨਾਰਮਲ ਸਾਡਾ ਕੀ ਹੋਏਗਾ, a plus b। ਠੀਕ ਹੈ, ਇਹ ਕੀ ਹੈਗਾ, ਸਾਡਾ ਨਾਰਮਲ ਐਕਸਪ੍ਰੈਸ਼ਨ ਹੈਗਾ a plus b। ਬਟ ਜੇਕਰ ਅਸੀਂ ਇਹਨੂੰ ਸ਼ਾਰਟ ਹੈਂਡ ਆਪਰੇਟਰ ਚ ਲਿਖਾਂਗੇ ਤਾਂ ਇਹਦੇ ਚ ਜਿਹੜਾ ਸਾਡਾ ਐਕਸਪ੍ਰੈਸ਼ਨ ਰਿਪੀਟ ਹੋ ਰਿਹਾ ਉਹਨੂੰ ਅਸੀਂ ਇੱਥੋਂ ਕੱਟ ਦਿਆਂਗੇ ਤੇ ਸਾਡਾ ਆਪਰੇਟਰ ਜਿਹੜਾ ਹੈਗਾ ਇਕੁਅਲ ਟੂ ਤੋਂ ਪਹਿਲਾਂ ਚੱਲ ਜਾਏਗਾ। ਇਹ ਐਕਸਪ੍ਰੈਸ਼ਨ ਕੀ ਬਣ ਜਾਏਗਾ ਸਾਡਾ, a plus is equal to b। ਜਿਸ ਤਰ੍ਹਾਂ ਇਹ ਲਿਖਿਆ ਹੈਗਾ a plus is equal to b, ਇਹਦਾ ਵੀ ਸੇਮ ਮੀਨਿੰਗ ਹੈਗਾ a is equal to a plus b। ਇਸੇ ਤਰ੍ਹਾਂ ਅਸੀਂ ਪਲੱਸ ਮਾਈਨਸ ਮਲਟੀਪਲਾਈ ਸਾਰੇ ਆਪਰੇਟਰ ਜਿਹੜੇ ਹੈਗੇ ਯੂਜ਼ ਕਰ ਸਕਦੇ ਹਾਂ। ਬਟ ਬੱਚੋ ਇੱਥੇ ਸਿਰਫ ਇੱਕ ਹੀ ਧਿਆਨ ਰੱਖਣਾ ਹੈ, ਇਹ ਸ਼ਾਰਟ ਹੈਂਡ ਆਪਰੇਟਰ ਉਦੋਂ ਹੀ ਕੰਮ ਕਰੇਗਾ ਜਦੋਂ ਸਾਡਾ ਜਿਹਦੇ ਵਿੱਚ ਅਸੀਂ ਵੈਲਿਊ ਸਟੋਰ ਕਰ ਰਹੇ ਹਾਂ ਉਸ ਆਪਰੈਂਡ ਨੂੰ ਅਸੀਂ ਆਪਣੇ ਐਕਸਪ੍ਰੈਸ਼ਨ ਦੇ ਵਿੱਚ ਵੀ ਯੂਜ਼ ਕਰ ਰਹੇ ਹਾਂ, ਰਿਪੀਟ ਹੋ ਰਿਹਾ ਹੈ, ਫਿਰ ਅਸੀਂ ਸ਼ਾਰਟ ਹੈਂਡ ਆਪਰੇਟਰ ਜਿਹੜਾ ਉਹ ਯੂਜ਼ ਕਰ ਸਕਦੇ ਹਾਂ। ਨੈਕਸਟ ਹੈਗਾ ਬੱਚੋ ਸਾਡੇ ਕੋਲ ਇੰਕਰੀਮੈਂਟ ਐਂਡ ਡਿਕਰੀਮੈਂਟ ਆਪਰੇਟਰ। ਇੰਕਰੀਮੈਂਟ ਆਪਰੇਟਰ ਕੀ ਕਰੇਗਾ ਬੱਚੋ, ਜਿੱਥੇ ਸਿੰਗਲ ਵੈਲਿਊ ਅਸੀਂ ਇਨਕਰੀਜ਼ ਕਰਨੀ ਹੋਵੇ ਉੱਥੇ ਇੰਕਰੀਮੈਂਟ ਆਪਰੇਟਰ ਯੂਜ਼ ਕਰਦੇ ਹਾਂ। ਜੇਕਰ ਅਸੀਂ ਸਿੰਗਲ ਵੈਲਿਊ ਨੂੰ ਮਾਈਨਸ ਕਰਨਾ ਹੋਵੇ, ਡਿਕਰੀਜ਼ ਕਰਨਾ ਹੋਵੇ ਤਾਂ ਅਸੀਂ ਡਿਕਰੀਮੈਂਟ ਆਪਰੇਟਰ ਯੂਜ਼ ਕਰਾਂਗੇ। ਇਹ ਸਿਰਫ ਉੱਥੇ ਕੰਮ ਕਰਨਗੇ ਜਿੱਥੇ ਅਸੀਂ ਸਿੰਗਲ ਵੈਲਿਊ ਜਾਂ ਤਾਂ ਵਧਾਵਾਂਗੇ ਜਾਂ ਸਿੰਗਲ ਵੈਲਿਊ ਘਟਾਵਾਂਗੇ। ਮੋਸਟਲੀ ਬੱਚੋ ਸਾਡੀਆਂ ਜਿਹੜੀਆਂ ਲੂਪਿੰਗ ਸਟੇਟਮੈਂਟਸ ਹੁੰਦੀਆਂ ਨੇ ਉਹਦੇ ਵਿੱਚ ਸਾਨੂੰ ਇਹ ਆਪਰੇਟਰ ਬਹੁਤ ਹੀ ਹੈਲਪਫੁਲ ਹੁੰਦੇ ਨੇ, ਕਿਉਂਕਿ ਹਰ ਲੂਪਿੰਗ ਸਟੇਟਮੈਂਟ ਸਾਡੀ ਜਾਂ ਤਾਂ ਇੱਕ ਵੈਲਿਊ ਅਸੀਂ ਉਹ 'ਚ ਮਾਈਨਸ ਕਰਦੇ ਹਾਂ ਜਾਂ ਇੱਕ ਵੈਲਿਊ ਪਲੱਸ ਕਰਕੇ ਆਪਣੇ ਲੂਪ ਨੂੰ ਐਗਜ਼ੀਕਿਊਟ ਕਰਦੇ ਹਾਂ। ਸੋ ਦੋ ਤਰ੍ਹਾਂ ਦੇ ਇੰਕਰੀਮੈਂਟ ਆਪਰੇਟਰ ਐਂਡ ਡਿਕਰੀਮੈਂਟ ਆਪਰੇਟਰ ਹੈਗੇ ਨੇ, ਪਲੱਸ ਪਲੱਸ ਐਂਡ ਮਾਈਨਸ ਮਾਈਨਸ। ਪਲੱਸ ਪਲੱਸ ਕੀ ਕਰੇਗਾ, ਇੱਕ ਵੈਲਿਊ ਇਨਕਰੀਜ਼ ਕਰੇਗਾ, ਮਾਈਨਸ ਮਾਈਨਸ ਜਿਹੜਾ ਇੱਕ ਵੈਲਿਊ ਡਿਕਰੀਜ਼ ਕਰੇਗਾ। ਜਿਸ ਤਰ੍ਹਾਂ ਅਸੀਂ ਇਹਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ ਬੱਚੋ, i plus plus, ਇਹ ਕੀ ਕਰੇਗਾ, i ਦੇ ਵਿੱਚ ਇੱਕ ਵੈਲਿਊ ਇਨਕਰੀਜ਼ ਕਰੇਗਾ। ਜੇਕਰ ਅਸੀਂ ਮਾਈਨਸ ਮਾਈਨਸ ਲਿਖ ਦਾਂਗੇ ਤਾਂ ਉਹ ਇੱਕ ਵੈਲਿਊ ਨੂੰ ਮਾਈਨਸ ਕਰ ਦੇਗਾ, ਡਿਕਰੀਜ਼ ਕਰ ਦੇਗਾ। ਇਹਨੂੰ ਅਸੀਂ ਦੋ ਤਰੀਕਿਆਂ ਨਾਲ ਯੂਜ਼ ਕਰਦੇ ਹਾਂ, ਪ੍ਰੀਫਿਕਸ ਐਂਡ ਪੋਸਟਫਿਕਸ। ਪ੍ਰੀਫਿਕਸ ਦੇ ਵਿੱਚ ਬੱਚੋ ਕੀ ਆ, ਪਹਿਲਾਂ ਆਪਰੇਟਰ ਆਏਗਾ ਫਿਰ ਆਪਰੈਂਡ ਆਏਗਾ। ਠੀਕ ਹੈ, ਪੋਸਟਫਿਕਸ ਦੇ ਵਿੱਚ ਪਹਿਲਾਂ ਆਪਰੈਂਡ ਆਏਗਾ ਫਿਰ ਆਪਰੇਟਰ ਆਏਗਾ। ਫਰਕ ਦੋਨਾਂ ਦੇ ਵਿੱਚ ਕੀ ਹੈਗਾ ਬੱਚੋ, ਪ੍ਰੀਫਿਕਸ ਦੇ ਕੇਸ ਦੇ ਵਿੱਚ ਜਿਹੜੀ ਵੈਲਿਊ ਫਸਟ ਇੰਕਰੀਮੈਂਟ ਹੋਏਗੀ ਦੈਨ ਪ੍ਰੋਸੈਸਡ ਹੋਏਗੀ। ਵੈਲਿਊ ਫਸਟ ਇੰਕਰੀਮੈਂਟ ਦੈਨ ਪ੍ਰੋਸੈਸ, ਇਹ ਕੀ ਹੈਗਾ ਸਾਡਾ ਪ੍ਰੀਫਿਕਸ। ਪੋਸਟਫਿਕਸ ਦੇ ਕੇਸ ਦੇ ਵਿੱਚ ਬੱਚੋ ਕੀ ਹੋਏਗਾ, ਵੈਲਿਊ ਫਸਟ ਪ੍ਰੋਸੈਸ ਹੋਏਗੀ ਦੈਨ ਇੰਕਰੀਮੈਂਟ ਔਰ ਡਿਕਰੀਮੈਂਟ, ਜੋ ਵੀ ਅਸੀਂ ਆਪਰੇਟਰ ਯੂਜ਼ ਕੀਤਾ ਹੈ। ਪੋਸਟਫਿਕਸ ਦੇ ਵਿੱਚ ਕੀ ਹੋਏਗਾ, ਵੈਲਿਊ ਫਸਟ ਪ੍ਰੋਸੈਸ ਦੈਨ ਇੰਕਰੀਮੈਂਟਡ। ਇਟ ਮੀਨਸ ਪਲੱਸ ਪਲੱਸ i ਐਂਡ i ਪਲੱਸ ਪਲੱਸ ਦੇ ਵਿੱਚ
ਕੀ ਡਿਫਰੈਂਸ ਹੈਗਾ ਇਹਦੇ ਮੈਂ ਪ੍ਰੋਗਰਾਮ ਬਣਾਏ ਨੇ, ਮੈਂ ਤੁਹਾਨੂੰ ਉਹਦੇ ਵਿੱਚ ਇਹਦਾ ਜਿਹੜਾ ਸਾਰਾ ਐਕਸਪਲੇਨ ਕਰਕੇ ਦੱਸਾਂਗਾ ਕਿ ਪਲੱਸ ਪਲੱਸ ਆਈ ਪ੍ਰੀਫਿਕਸ ਐਂਡ ਪੋਸਟਫਿਕਸ ਜਿਹੜਾ ਉਹ ਕਿਸ ਤਰ੍ਹਾਂ ਵਰਕ ਕਰਦਾ ਹੈਗਾ। ਅਰਥਮੈਟਿਕ ਆਪਰੇਟਰ ਦੀ ਬੱਚੋ ਨੈਕਸਟ ਐਗਜ਼ਾਮਪਲ ਦੇਖ ਰਹੇ ਹਾਂ, ਜਿਹਦੇ ਵਿੱਚ ਸਾਨੂੰ ਮੰਥ ਐਂਡ ਡੇਜ਼ ਫਾਈਂਡ ਆਊਟ ਕਰਕੇ ਦੇਗਾ। ਸੋ ਅਸੀਂ ਦੋ ਵੇਰੀਏਬਲ ਲੈ ਲਏ, ਮੰਥ ਐਂਡ ਡੇਜ਼। ਸਭ ਤੋਂ ਪਹਿਲਾਂ ਅਸੀਂ ਨੰਬਰ ਆਫ ਡੇਜ਼ ਰੀਡ ਕੀਤਾ ਹੈ। ਸੋ ਮੰਥ ਨੂੰ ਅਸੀਂ ਡੇਜ਼ ਦੇ ਨਾਲ ਡਿਵਾਈਡ ਕਰਾਂਗੇ ਤੇ ਡੇਜ਼ ਦੇ ਨਾਲ ਹੀ ਮੋਡਿਊਲ ਕਰਾਂਗੇ, ਜਿਹਦੇ ਨਾਲ ਰਿਮਾਈਂਡਰ ਸਟੋਰ ਹੋਏਗਾ ਤੇ ਸਾਨੂੰ ਦੱਸੇਗਾ ਕਿ ਜਿੰਨੇ ਅਸੀਂ ਨੰਬਰ ਆਫ ਡੇਜ਼ ਦਿੱਤੇ ਨੇ ਉਹਦੇ ਵਿੱਚ ਕਿੰਨੇ ਮੰਥ ਐਂਡ ਕਿੰਨੇ ਡੇਜ਼ ਹੈਗੇ ਨੇ। ਆਓ ਇਸ ਪ੍ਰੋਗਰਾਮ ਨੂੰ ਚਲਾ ਕੇ ਦੇਖਦੇ ਹਾਂ। टू 54 ਅਸੀਂ ਨੰਬਰ ਆਫ ਡੇਜ਼ ਦਿੱਤੇ ਨੇ ਤੇ ਕਹੇਗਾ 8 ਮੰਥ ਐਂਡ 14 ਡੇਜ਼ ਜਿਹੜੇ ਉਹ ਬਣਦੇ ਨੇ, ਕਿਉਂਕਿ ਰਿਮਾਈਂਡਰ ਜਿਹੜਾ ਉਹ 14 ਆਏਗਾ ਤੇ ਨੰਬਰ ਆਫ ਡੇਜ਼ ਜਿਹੜੇ ਮੰਥਸ ਜਿਹੜੇ ਸਾਡੇ ਕੋਲ 8 ਆਉਣਗੇ। ਕੁਐਸਚਨ ਜਿਹੜਾ ਪੋਰਸ਼ਨ ਹੋਏਗਾ ਸਾਡਾ। ਸੋ ਇਸ ਤਰ੍ਹਾਂ ਅਰਥਮੈਟਿਕ ਆਪਰੇਟਰ ਦੀ ਐਗਜ਼ਾਮਪਲ ਹੈਗੀ ਆ। ਨੈਕਸਟ ਅਸੀਂ ਰਿਲੇਸ਼ਨਲ ਆਪਰੇਟਰ ਦੀ ਐਗਜ਼ਾਮਪਲ ਦੇਖਨੇ ਆ। ਰਿਲੇਸ਼ਨਲ ਆਪਰੇਟਰ ਸਾਨੂੰ ਦੱਸਦਾ ਹੈ ਕਿ ਦੋ ਵੈਲਿਊਜ਼ ਦੇ ਵਿੱਚ ਕੀ ਰਿਲੇਸ਼ਨ ਹੋਏਗਾ, ਕਿ ਉਹ ਦੋਨੇ ਵੈਲਿਊ ਇਕੁਅਲ ਨੇ ਜਾਂ ਗ੍ਰੇਟਰ ਦੈਨ ਨੇ ਜਾਂ ਲੈਸ ਦੈਨ ਨੇ। ਇਹ ਸਾਰੇ ਸਾਡੇ ਰਿਲੇਸ਼ਨਲ ਆਪਰੇਟਰ ਹੁੰਦੇ ਨੇ, ਸੋ ਜਿਨ੍ਹਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਦੋ ਵੈਲਿਊਜ਼ ਦੇ ਵਿੱਚ ਰਿਲੇਸ਼ਨ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਸੋ ਜਿਸ ਤਰ੍ਹਾਂ ਅਸੀਂ ਦੋ ਵੇਰੀਏਬਲ n1 ਐਂਡ n2 ਜਿਹੜੇ ਰੀਡ ਕੀਤੇ ਨੇ, n1 ਐਂਡ n2 ਦੋਨੇ ਵੇਰੀਏਬਲ ਰੀਡ ਕਰਾਂਗੇ। ਉਹਦੇ ਬਾਅਦ ਜੇਕਰ n1 ਇਜ਼ ਇਕੁਅਲ ਟੂ, ਇਹ ਸਾਡਾ ਆਪਰੇਟਰ ਜਿਹੜਾ ਬੱਚੋ ਇਜ਼ ਇਕੁਅਲ ਟੂ ਆਪਰੇਟਰ ਹੈਗਾ, ਜਿਹੜਾ 2 ਟਾਈਮ ਅਸੀਂ ਇਕੁਅਲ ਟੂ ਪਾ ਕੇ ਦੇਵਾਂਗੇ। n2 ਦੇ ਹੈਗਾ ਕਹੇਗਾ ਬੋਥ ਨੰਬਰ ਆਰ ਇਕੁਅਲ। ਜੇਕਰ n1 greater than ਹੋਏਗਾ n2, then first number is greater than second number। ਇਸੇ ਤਰ੍ਹਾਂ ਹੀ ਜੇਕਰ n1 less than ਹੋਏਗਾ n2 ਤਾਂ first number is less than second number। ਇਸ ਪ੍ਰੋਗਰਾਮ ਨੂੰ ਚਲਾ ਕੇ ਦੇਖਦੇ ਹਾਂ। ਜਿਸ ਤਰ੍ਹਾਂ ਫਸਟ ਨੰਬਰ ਮੈਂ 12 ਦਿੱਤਾ, ਸੈਕੰਡ ਨੰਬਰ 23 ਦਿੱਤਾ, ਇਟ ਮੀਨਸ n1 is less than second number, first number is less than second number ਆਏਗਾ। ਸੋ ਜੇਕਰ ਅਸੀਂ ਦੋਨਾਂ ਨੂੰ ਇਕੁਅਲ ਦਿੰਨੇ ਆ ਤਾਂ ਕਹੇਗਾ both numbers are equal। ਸੋ ਇਸ ਤਰ੍ਹਾਂ ਅਸੀਂ ਇਹ ਰਿਲੇਸ਼ਨਲ ਆਪਰੇਟਰ ਜਿਹੜਾ ਹੈਗਾ ਉਹ ਯੂਜ਼ ਕਰ ਸਕਦੇ ਹਾਂ। ਉਹਦੇ ਬਾਅਦ ਨੈਕਸਟ ਸਾਡੇ ਕੋਲ ਰਿਲੇਸ਼ਨਲ ਆਪਰੇਟਰ ਦੀ ਇੱਕ ਹੋਰ ਐਗਜ਼ਾਮਪਲ ਹੈ, ਜਿਹਦੇ ਵਿੱਚ ਨਾਲ ਅਸੀਂ ਲੌਜੀਕਲ ਆਪਰੇਟਰ ਜਿਹੜੇ ਹੈਗੇ ਉਹਨਾਂ ਨੂੰ ਵੀ ਯੂਜ਼ ਕਰਾਂਗੇ। ਸੋ ਇਹ ਲੌਜੀਕਲ ਆਪਰੇਟਰ ਦੀ ਐਗਜ਼ਾਮਪਲ ਹੈਗੀ ਹੈ। ਲੌਜੀਕਲ ਆਪਰੇਟਰ ਬੱਚੋ ਦੋ ਰਿਲੇਸ਼ਨਲ ਆਪਰੇਟਰ ਦੀਆਂ ਕੰਡੀਸ਼ਨਾਂ ਨੂੰ ਜੋੜਨਾ ਹੋਵੇ ਤਾਂ ਸਾਨੂੰ ਲੌਜੀਕਲ ਆਪਰੇਟਰ ਚਾਹੀਦਾ ਹੈ। ਜਿਸ ਤਰ੍ਹਾਂ ਇਹ ਦੇਖੋ, ਅਸੀਂ 3 ਨੰਬਰ ਦੇ ਵਿੱਚੋਂ ਫਾਈਂਡ ਆਊਟ ਕਰਨਾ ਹੈ ਕਿ ਬੋਥ ਆਰ ਜਿਹੜੇ ਸਾਰੇ ਨੰਬਰ ਇਕੁਅਲ ਨੇ ਜਾਂ ਕਿਹੜਾ ਨੰਬਰ ਇਹਨਾਂ ਚੋਂ ਵੱਡਾ ਹੈ। ਸੋ ਪਹਿਲਾਂ ਤਿੰਨਾਂ ਨੰਬਰ ਨੂੰ ਅਸੀਂ ਰੀਡ ਕਰ ਲਿਆ। ਸੋ n1 is equal to n2 and ਜਿਹੜਾ ਸਾਡਾ ਲੌਜੀਕਲ ਆਪਰੇਟਰ ਹੈਗਾ ਹੈ n2 and n3। ਜੇਕਰ ਇਹ ਦੋਨੇ ਕੰਡੀਸ਼ਨ ਸੈਟਿਸਫਾਈਡ ਹੋਣਗੀਆਂ, ਫਸਟ ਕੰਡੀਸ਼ਨ ਟਰੂ ਹੋਏਗੀ ਐਂਡ ਸੈਕੰਡ ਕੰਡੀਸ਼ਨ ਵੀ ਟਰੂ ਹੋਏਗੀ, ਤਾਂ ਸਾਡਾ ਜਿਹੜੀ ਇਫ ਦਾ ਵਿਚਲਾ ਬਲੌਕ ਹੈਗਾ ਹੈ ਕਹੇਗਾ ਬੋਥ ਨੰਬਰਸ ਆਰ ਇਕੁਅਲ। ਉਹਦੇ ਬਾਅਦ ਜੇਕਰ ਇਹ ਕੰਡੀਸ਼ਨ ਸੈਟਿਸਫਾਈਡ ਨਹੀਂ ਹੁੰਦੀ ਤਾਂ ਨੈਕਸਟ ਕੰਡੀਸ਼ਨ ਚੈੱਕ ਹੋਏਗੀ। ਜੇਕਰ n1 ਗ੍ਰੇਟਰ ਦੈਨ ਹੋਏਗਾ n2 ਐਂਡ ਬੱਚੋ ਇਸ ਪੂਰੀ ਜਿਹੜੀ ਇਕੁਏਸ਼ਨ ਹੈਗਾ ਇਹਨੂੰ ਜੋੜਦਾ ਹੈ। ਇਸੇ ਤਰ੍ਹਾਂ n1 ਗ੍ਰੇਟਰ ਦੈਨ n3, ਜੇਕਰ ਦੋਨੇ ਸਾਡੀਆਂ ਕੰਡੀਸ਼ਨ ਟਰੂ ਹੋਣਗੀਆਂ ਤਾਂ ਫਿਰ ਹੀ ਸਾਡਾ ਇਫ ਦਾ ਬਲੌਕ ਚੱਲੇਗਾ। ਜੇਕਰ ਇਹਨਾਂ ਦੋਨਾਂ ਚੋਂ ਇੱਕ ਵੀ ਕੰਡੀਸ਼ਨ ਸਾਡੀ ਫਾਲਸ ਹੋ ਗਈ ਤਾਂ ਇਫ ਦਾ ਬਲੌਕ ਸਾਡਾ ਨਹੀਂ ਚੱਲੇਗਾ। ਸੋ ਇਸੇ ਤਰ੍ਹਾਂ ਇਹ ਸਾਰੇ ਨੰਬਰਾਂ ਚੋਂ ਦੱਸੇਗਾ ਕਿ ਫਸਟ ਨੰਬਰ ਬਿਗੇਸਟ ਹੈ, ਸੈਕਿੰਡ ਜਾਂ ਥਰਡ ਜਾਂ ਸਾਰੇ ਨੰਬਰ ਇਕੁਅਲ ਨੇ। ਆਓ ਇਸ ਪ੍ਰੋਗਰਾਮ ਨੂੰ ਚਲਾ ਕੇ ਦੇਖਦੇ ਹਾਂ। ਸੋ ਇਹਦਾ ਤੀਸਰਾ ਬਲੌਕ ਜਿਹੜਾ ਇਹ ਵਾਲਾ ਹੋਏਗਾ n3 greater than n2 and n3 greater than n1, ਤਾਂ ਬਿਗੇਸਟ ਇਜ਼ ਥਰਡ ਨੰਬਰ। ਫਸਟ ਨੰਬਰ ਅਸੀਂ ਦਿੱਤਾ, ਸੈਕਿੰਡ ਐਂਡ ਫੋਰਥ। ਦੇਖੋ ਬੱਚੋ ਇਹਦੇ ਵਿੱਚੋਂ ਕਿਹੜਾ ਸੈਕਿੰਡ ਨੰਬਰ ਜਿਹੜਾ ਉਹ ਬਿਗੇਸਟ ਹੈਗਾ ਹੈ, ਆਟੋਮੈਟਿਕਲੀ ਇਹਨੇ ਦੱਸ ਦਿੱਤਾ ਹੈ। ਸੋ ਜੇਕਰ ਅਸੀਂ ਸਾਰੇ ਨੰਬਰ ਇਕੁਅਲ ਦਿੰਨੇ ਆ ਤਾਂ ਕਹੇਗਾ ਬੋਥ ਨੰਬਰਸ ਆਰ ਇਕੁਅਲ। ਸੋ ਇਹ ਲੌਜੀਕਲ ਆਪਰੇਟਰ ਦੀ ਸਾਡੇ ਕੋਲ ਐਗਜ਼ਾਮਪਲ ਹੈਗੀ ਹੈ। ਨੈਕਸਟ ਬੱਚੋ ਸਾਡੇ ਕੋਲ ਹੈਗਾ ਹੈ ਟਰਨਰੀ ਆਪਰੇਟਰ, ਜਿਸ ਅਸੀਂ ਪਿੱਛੇ ਵੀ ਦੇਖਿਆ ਸੀਗਾ। ਟਰਨਰੀ ਆਪਰੇਟਰ ਕੀ ਕਰਦਾ ਹੈਗਾ ਬੱਚੋ, ਜਿਹੜਾ ਤਿੰਨ ਆਪਰੈਂਡਸ ਦੇ ਉੱਪਰ ਸਾਡਾ ਕੰਮ ਕਰੇਗਾ। ਇਹਦੇ ਵਿੱਚ ਅਸੀਂ ਦੇਖਾਂਗੇ ਜਿਸ ਤਰ੍ਹਾਂ ਇਹ ਇਫ ਕੰਡੀਸ਼ਨ ਨੂੰ ਰੀਪਲੇਸ ਕਰਦਾ ਹੈਗਾ ਹੈ। ਅਸੀਂ ਸਿੰਗਲ ਲਾਈਨ ਦੇ ਵਿੱਚ ਜੇਕਰ ਦੋ ਨੰਬਰ ਦੇ ਵਿੱਚੋਂ ਬਿਗੇਸਟ ਫਾਈਂਡ ਆਊਟ ਕਰਨਾ ਹੈ ਤਾਂ ਅਸੀਂ ਇੱਕ ਲਾਈਨ ਦੇ ਵਿੱਚ ਇਹਨੂੰ ਲਿਖ ਸਕਦੇ ਹਾਂ। ਕੁਐਸਚਨ ਮਾਰਕ ਹੁੰਦਾ ਹੈ ਸਾਡਾ ਟਰਨਰੀ ਆਪਰੇਟਰ। ਜਿਸ ਤਰ੍ਹਾਂ ਦੇਖੋ ਵੇਰੀਏਬਲ ਆ ਗਿਆ ਬਿਗ, ਉਹਦੇ ਬਾਅਦ ਆਏਗੀ ਬੱਚੋ ਸਾਡੀ ਕੰਡੀਸ਼ਨ। ਜੇਕਰ ਇਹ ਕੰਡੀਸ਼ਨ ਟਰੂ ਹੈਗੀ ਆ ਤਾਂ ਇੱਥੇ ਜਿਹੜਾ ਫਸਟ ਪਾਰਟ ਹੈਗਾ ਇਹ ਅਸਾਈਨ ਹੋ ਜਾਏਗਾ ਬਿਗ ਨੂੰ। ਜੇਕਰ ਕੰਡੀਸ਼ਨ ਫਾਲਸ ਹੈਗੀ ਆ ਤਾਂ ਸੈਕੰਡ ਪਾਰਟ ਸਾਡਾ ਜਿਹੜਾ ਬਿਗ ਨੂੰ ਅਸਾਈਨ ਹੋ ਜਾਏਗਾ। ਸੋ ਸਭ ਤੋਂ ਪਹਿਲਾਂ ਕੰਡੀਸ਼ਨ ਇਵੈਲੂਏਟ ਹੋਏਗੀ, ਇਫ a greater than b ਹੋਏਗਾ
ਤਾਂ ਟਰਨਰੀ ਆਪਰੇਟਰ ਕੀ ਚੈੱਕ ਕਰੇਗਾ, ਜੇਕਰ ਇਹ ਕੰਡੀਸ਼ਨ ਟਰੂ ਹੈ ਤਾਂ ਫਸਟ ਪਾਰਟ ਜਿਹੜਾ ਹੈਗਾ ਹੈ ਵੇਰੀਏਬਲ ਨੂੰ ਅਸਾਈਨ ਕਰ ਦੇਗਾ। ਉਹਦੇ ਬਾਅਦ ਜੇਕਰ ਕੰਡੀਸ਼ਨ ਫਾਲਸ ਹੈਗੀ ਹੈ ਤਾਂ ਫਿਰ ਸੈਕੰਡ ਪਾਰਟ ਜਿਹੜਾ ਹੈਗਾ ਸਾਡਾ ਵੇਰੀਏਬਲ ਨੂੰ ਅਸਾਈਨ ਹੋ ਜਾਏਗਾ। ਸੋ ਆਟੋਮੈਟਿਕਲੀ ਬਿਗੇਸਟ ਵੈਲਿਊ ਅਸੀਂ ਫਾਈਂਡ ਆਊਟ ਕਰ ਲਾਂਗੇ। ਉਹਦੇ ਬਾਅਦ ਨੈਕਸਟ ਬੱਚੋ ਹੈਗਾ ਕੌਮਾ ਆਪਰੇਟਰ। ਕੌਮਾ ਆਪਰੇਟਰ ਦਾ ਅਸੀਂ ਕੀ ਹੈ ਮਲਟੀਪਲ ਸਟੇਟਮੈਂਟਸ ਨੂੰ ਸਿੰਗਲ ਲਾਈਨ ਦੇ ਵਿੱਚ ਲਿਖ ਸਕਦੇ ਆ। ਜਿਸ ਤਰ੍ਹਾਂ ਸਪੋਜ਼ ਬੱਚੋ ਅਸੀਂ ਦੋ ਵੇਰੀਏਬਲ ਨੂੰ ਵੈਲਿਊ ਅਸਾਈਨ ਕਰਕੇ ਨਾਲ ਹੀ ਅਸੀਂ ਉਹਦਾ ਸਮ ਕਰਨਾ ਚਾਹੁੰਦੇ ਆ। ਇੱਕ ਲਾਈਨ ਦੇ ਵਿੱਚ ਅਸੀਂ ਲਿਖ ਸਕਦੇ ਇਸ ਤਰ੍ਹਾਂ ਸਮ ਇਜ਼ ਇਕੁਅਲ ਟੂ, ਦੇਖੋ ਪਹਿਲਾਂ ਅਸੀਂ a ਨੂੰ ਵੈਲਿਊ ਅਸਾਈਨ ਕੀਤੀ 10, ਉਹਦੇ ਬਾਅਦ ਆ ਗਿਆ ਸਾਡਾ ਕੌਮਾ ਆਪਰੇਟਰ। ਇਹਦੇ ਬਾਅਦ ਆ ਗਿਆ b ਇਜ਼ ਇਕੁਅਲ ਟੂ 20, ਸੈਕੰਡ ਅਸੀਂ b ਨੂੰ ਵੈਲਿਊ ਅਸਾਈਨ ਕੀਤੀ, ਫਿਰ ਆ ਗਿਆ ਕੌਮਾ ਆਪਰੇਟਰ। ਉਹਦੇ ਬਾਅਦ ਆ ਗਿਆ a ਪਲੱਸ b, ਸਾਡਾ ਐਕਸਪ੍ਰੈਸ਼ਨ ਕੈਲਕੂਲੇਟ ਹੋ ਕੇ ਇਹ ਵਾਲਾ ਐਕਸਪ੍ਰੈਸ਼ਨ ਸਾਡਾ ਕਿੱਥੇ ਅਸਾਈਨ ਹੋ ਜਾਏਗਾ ਬੱਚੋ ਸਮ ਨੂੰ। ਆਟੋਮੈਟਿਕਲੀ ਸਮ ਦੀ ਵੈਲਿਊ 30 ਹੋ ਜਾਏਗੀ। ਇਟ ਮੀਨਸ ਕੌਮਾ ਆਪਰੇਟਰ ਦੇ ਨਾਲ ਅਸੀਂ ਮਲਟੀਪਲ ਸਟੇਟਮੈਂਟਸ ਨੂੰ ਸਿੰਗਲ ਲਾਈਨ ਦੇ ਵਿੱਚ ਲਿਖ ਸਕਦੇ ਹਾਂ। ਨੈਕਸਟ ਬੱਚੋ ਸਾਡੇ ਕੋਲ ਆਪਰੇਟਰ ਹੁੰਦਾ ਹੈ ਸਾਈਜ਼ ਆਫ ਆਪਰੇਟਰ। ਸਾਈਜ਼ ਆਫ ਆਪਰੇਟਰ ਬੱਚੋ ਕੀ ਕਰਦਾ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਡੇ ਜਿੰਨੇ ਵੀ ਡਿਫਰੈਂਟ ਟਾਈਪ ਦੇ ਅਸੀਂ ਵੇਰੀਏਬਲ ਯੂਜ਼ ਕਰਦੇ ਹਾਂ, ਡਾਟਾ ਟਾਈਪਸ ਯੂਜ਼ ਕਰਦੇ ਹਾਂ, ਹਰ ਇੱਕ ਡਾਟਾ ਟਾਈਪ ਦੀ ਅਲੱਗ ਮੈਮਰੀ ਜਿਹੜੀ ਆ ਉਹ ਅਸਾਈਨਮੈਂਟ ਹੁੰਦੀ ਹੈ। ਅਲੱਗ-ਅਲੱਗ ਤਰ੍ਹਾਂ ਦੀ ਮੈਮਰੀ ਜਿਹੜੀ ਆ ਉਹ ਯੂਜ਼ ਕਰਦਾ ਹੈ। ਡਿਫਰੈਂਟ ਟਾਈਪਸ ਆਫ ਦੇ ਸਾਡੀਆਂ ਜਿਹੜੇ ਅਸੀਂ ਆਪਰੇਟਰਸ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਸਪੋਜ਼ ਕਿ ਇੰਟੀਜ਼ਰ ਦੀ ਮੈਮਰੀ ਜਿਹੜੀ ਬੱਚੋ ਅਲੱਗ ਹੋਏਗੀ, ਫਲੋਟ ਦੀ ਮੈਮਰੀ ਅਲੱਗ ਹੋਏਗੀ, ਕਰੈਕਟਰ ਦੀ ਮੈਮਰੀ ਅਲੱਗ ਹੋਏਗੀ। ਹੁਣ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕਿਹੜੀ ਡਾਟਾ ਟਾਈਪ ਕਿੰਨੇ ਬਾਈਟਸ ਮੈਮਰੀ ਯੂਜ਼ ਕਰ ਰਹੀ ਹੈ। ਠੀਕ ਹੈ, ਸੋ ਉਹਦੇ ਵਿੱਚ ਅਸੀਂ ਸਾਈਜ਼ ਆਫ ਆਪਰੇਟਰ ਦੇ ਨਾਲ ਇਹਨੂੰ ਦੇਖ ਸਕਦੇ ਹਾਂ। ਸਾਈਜ਼ ਆਫ ਆਪਰੇਟਰ ਦੇ ਨਾਲ ਤੁਸੀਂ ਡਿਫਰੈਂਟ ਟਾਈਪ ਦੀਆਂ ਜਿਹੜੀਆਂ ਡਾਟਾ ਟਾਈਪਸ ਲੈ ਲਓ, ਉਹਦੇ ਵੇਰੀਏਬਲਸ ਲੈ ਲਓ। ਸਾਈਜ਼ ਆਫ ਆਪਰੇਟਰ ਦੇ ਵਿੱਚ ਤੁਸੀਂ ਉਸ ਵੇਰੀਏਬਲ ਨੂੰ ਦੇ ਕੇ ਪ੍ਰਿੰਟ ਕਰਾ ਲਓ ਤਾਂ ਆਟੋਮੈਟਿਕਲੀ ਸਾਈਜ਼ ਆਫ ਆਪਰੇਟਰ ਕੀ ਕਰੇਗਾ, ਇਹ ਵਾਲਾ ਜਿਹੜਾ ਅਸੀਂ ਵੇਰੀਏਬਲ ਦਿੱਤਾ ਹੈਗਾ a ਸਪੋਜ਼, ਹੁਣ ਇਹ ਸਭ ਤੋਂ ਪਹਿਲਾਂ a ਦੀ ਡਾਟਾ ਟਾਈਪ ਫਾਈਂਡ ਆਊਟ ਕਰੇਗਾ ਕੀ ਹੈ, ਉਸ ਡਾਟਾ ਟਾਈਪਸ ਜਿਹੜੀ ਆ ਕਿੰਨੀ ਮੈਮਰੀ ਅਸਾਈਨ ਹੋਈ ਹੈ ਉਹਨੂੰ, ਸਾਈਜ਼ ਆਫ ਸਾਨੂੰ ਉਹਦੀ ਮੈਮਰੀ ਜਿਹੜੀ ਆ ਉਹ ਰਿਟਰਨ ਕਰੇਗਾ। ਸਾਨੂੰ ਪਤਾ ਚੱਲ ਜਾਏਗਾ a ਨੂੰ ਕਿੰਨੀ ਮੈਮਰੀ ਅਸੀਂ ਅਸਾਈਨ ਕੀਤੀ ਹੈ। ਉਹਦੇ ਬਾਅਦ ਲਾਸਟ ਬੱਚੋ ਸਾਡੇ ਕੋਲ ਹੈਗਾ ਬਿਟ ਵਾਈਜ਼ ਆਪਰੇਟਰ। ਬਿਟ ਵਾਈਜ਼ ਆਪਰੇਟਰ ਦੇ ਵਿੱਚ ਅਸੀਂ ਕੀ ਕਰਦੇ ਹਾਂ ਬੱਚੋ, ਤੁਹਾਨੂੰ ਪਤਾ ਹੈ ਜ਼ਿਆਦਾਤਰ ਅਸੀਂ ਬਾਈਨਰੀ ਨੰਬਰ ਦੇ ਉੱਪਰ ਹੀ ਸਾਡਾ ਜਿਹੜਾ ਕੰਪਿਊਟਰ ਵਰਕ ਕਰਦਾ ਹੈਗਾ ਹੈ। ਸੋ ਇਹ ਬਾਈਨਰੀ ਨੰਬਰ ਦੀ ਐਡੀਸ਼ਨ ਸਬਟ੍ਰੈਕਸ਼ਨ ਵਾਸਤੇ ਅਸੀਂ ਯੂਜ਼ ਕਰਦੇ ਹਾਂ ਬਿਟ ਵਾਈਜ਼ ਆਪਰੇਟਰ। ਲੋ ਲੈਵਲ ਦੀ ਪ੍ਰੋਗਰਾਮਿੰਗ ਦੇ ਵਿੱਚ ਬਿਟ ਵਾਈਜ਼ ਆਪਰੇਟਰ ਬਹੁਤ ਜ਼ਿਆਦਾ ਯੂਜ਼ ਹੁੰਦੇ ਨੇ। ਸੋ ਬਾਈਨਰੀ ਨੰਬਰ ਦੀ ਅਸੀਂ ਐਡੀਸ਼ਨ ਕਰਨੀ ਹੋਵੇ, ਬਾਈਨਰੀ ਨੰਬਰ ਦੀ ਸਬਟ੍ਰੈਕਸ਼ਨ ਕਰਨੀ ਹੋਵੇ ਜਾਂ ਸ਼ਿਫਟ ਕਰਨੀਆਂ ਹੋਣ ਬਾਈਨਰੀ ਡਿਜਿਟਸ ਜਿਹੜੀਆਂ ਲੈਫਟ ਰਾਈਟ ਸਾਈਡ ਨੂੰ, ਕਿਉਂਕਿ ਬਾਈਨਰੀ ਡਿਜਿਟ ਦੇ ਸ਼ਿਫਟ ਦੇ ਨਾਲ ਹੀ ਵੈਲਿਊ ਚੇਂਜ ਹੋ ਜਾਂਦੀਆਂ ਨੇ। ਸੋ ਇਹ ਵਾਲੇ ਜਿਹੜੇ ਡਿਫਰੈਂਟ ਟਾਈਪ ਦੇ ਬਿਟ ਵਾਈਜ਼ ਆਪਰੇਟਰ ਹੈਗੇ ਆ ਉਹਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਸੋ ਇਹਨਾਂ ਸਾਰਿਆਂ ਦਾ ਅਸੀਂ ਆਓ ਬੱਚੋ ਹੁਣ ਪ੍ਰੈਕਟੀਕਲ ਕਰਕੇ ਦੇਖਦੇ ਹਾਂ। ਨੈਕਸਟ ਪ੍ਰੋਗਰਾਮ ਹੈਗਾ ਸਾਡੇ ਕੋਲ ਬੱਚੋ ਅਸਾਈਨਮੈਂਟ ਐਂਡ ਸ਼ਾਰਟ ਹੈਂਡ ਆਪਰੇਟਰ ਦਾ। ਆਓ ਇਹਨੂੰ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਤਿੰਨ ਵੇਰੀਏਬਲ ਲਏ n1 n2 ਐਂਡ n3। ਸੋ ਇਹਨਾਂ ਵੇਰੀਏਬਲਸ ਅਸੀਂ ਦੋ ਵੇਰੀਏਬਲਸ n1 ਐਂਡ n2 ਨੂੰ ਰੀਡ ਕਰ ਲਿਆ। ਉਹਦੇ ਬਾਅਦ ਦੇਖੋ ਬੱਚੋ n1 ਇਜ਼ ਇਕੁਅਲ ਟੂ n3 ਇਜ਼ ਇਕੁਅਲ ਟੂ n1 ਪਲੱਸ n2। ਐਕਚੁਅਲੀ ਇਹ ਇਕੁਅਲ ਟੂ ਨਹੀਂ ਹੈਗਾ ਬੱਚੋ, ਇਹ ਅਸਾਈਨਮੈਂਟ ਆਪਰੇਟਰ ਹੈਗਾ ਏ। ਇਹ ਕੀ ਕਰੇਗਾ, n1 ਅਤੇ n2 ਨੂੰ ਕੈਲਕੂਲੇਟ ਕਰੇਗਾ, ਇਸ ਵੈਲਿਊ ਨੂੰ ਅਸਾਈਨ ਕਰ ਦੇਗਾ n3 ਨੂੰ। ਸੋ ਇਹਨੂੰ ਅਸੀਂ ਅਸਾਈਨਮੈਂਟ ਆਪਰੇਟਰ ਕਵਾਂਗੇ। ਸੋ ਇਹ ਐਕਸਪ੍ਰੈਸ਼ਨ ਨੂੰ ਕੈਲਕੂਲੇਟ ਕਰਦਾ ਹੈ, ਰਾਈਟ ਸਾਈਡ ਤੇ ਜਿਹੜਾ ਵੀ ਐਕਸਪ੍ਰੈਸ਼ਨ ਹੋਏਗਾ ਉਹਨੂੰ ਕੈਲਕੂਲੇਟ ਕਰੇਗਾ ਤੇ ਸਾਰੇ ਐਕਸਪ੍ਰੈਸ਼ਨ ਦੀ ਜਿਹੜੀ ਵੀ ਵੈਲਿਊ ਆਏਗੀ ਉਹਨੂੰ ਲੈਫਟ ਹੈਂਡ ਤੇ ਜਿਹੜਾ ਵੀ ਸਾਡਾ ਵੇਰੀਏਬਲ ਹੋਏਗਾ ਉਹਦੇ ਵਿੱਚ ਸਟੋਰ ਕਰ ਦੇਗਾ, ਉਹਨੂੰ ਵੈਲਿਊ ਅਸਾਈਨ ਕਰ ਦੇਗਾ। ਇਸੇ ਲਈ ਇਹਨੂੰ ਅਸਾਈਨਮੈਂਟ ਆਪਰੇਟਰ ਕਿਹਾ ਜਾਂਦਾ ਹੈ। ਸੋ ਇਹ ਕੀ ਕਰਦਾ ਹੈ, ਰਾਈਟ ਸਾਈਡ ਦੇ ਐਕਸਪ੍ਰੈਸ਼ਨ ਨੂੰ ਕੈਲਕੂਲੇਟ ਕਰੇਗਾ ਐਂਡ ਲੈਫਟ ਸਾਈਡ ਤੇ ਜੋ ਵੀ ਸਾਡਾ ਵੇਰੀਏਬਲ ਹੋਏਗਾ ਉਹਦੇ ਵਿੱਚ ਸਟੋਰ ਕਰੇਗਾ। ਇਹਦਾ ਬੱਚੋ ਇੱਕ ਹੋਰ ਫਾਰਮੈਟ ਵੀ ਹੁੰਦਾ ਹੈ, ਸ਼ਾਰਟ ਹੈਂਡ ਆਪਰੇਟਰ ਉਹਨੂੰ ਕਹਿੰਦੇ ਆ, ਜਿਹਦੇ ਵਿੱਚ ਸਾਡਾ ਕਾਮਨ ਵੇਰੀਏਬਲ ਜਿਹਦੇ ਵਿੱਚ ਅਸੀਂ ਵੈਲਿਊ ਸਟੋਰ ਕਰਨੀ ਹੈ, ਜੇਕਰ ਐਕਸਪ੍ਰੈਸ਼ਨ ਦੇ ਵਿੱਚ ਰਿਪੀਟ ਹੋ ਰਿਹਾ ਹੈ ਤਾਂ ਇਹਨੂੰ ਅਸੀਂ ਸ਼ਾਰਟ ਹੈਂਡ ਆਪਰੇਟਰ ਦੇ ਨਾਲ ਵੀ ਲਿਖ ਸਕਦੇ ਹਾਂ। ਜਿਸ ਤਰ੍ਹਾਂ ਬੱਚੋ ਇਹ ਵਾਲੀ ਐਗਜ਼ਾਮਪਲ ਦੇ ਵਿੱਚ ਦੇਖੋ n1 ਇਜ਼ ਇਕੁਅਲ ਟੂ n1 ਪਲੱਸ n3, ਯਾਨੀ ਕਿ ਸਾਡਾ ਵੇਰੀਏਬਲ ਜਿਹੜਾ ਹੈਗਾ ਜਿਹਦੇ ਵਿੱਚ ਅਸੀਂ ਵੈਲਿਊ ਸਟੋਰ ਕਰਨੀ ਸਾਡੇ ਐਕਸਪ੍ਰੈਸ਼ਨ ਦੇ ਵਿੱਚ ਰਿਪੀਟ ਹੋ ਰਿਹਾ ਹੈ, ਉਸ ਕੇਸ ਦੇ ਵਿੱਚ ਹੀ ਅਸੀਂ ਸ਼ਾਰਟ ਹੈਂਡ ਆਪਰੇਟਰ ਯੂਜ਼ ਕਰ ਸਕਦੇ ਹਾਂ। ਜਿਸ ਤਰ੍ਹਾਂ ਇਹਨੂੰ ਅਸੀਂ ਇਸ ਐਕਸਪ੍ਰੈਸ਼ਨ ਨੂੰ ਇਦਾਂ ਲਿਖਾਂਗੇ n1 ਪਲੱਸ ਇਜ਼ ਇਕੁਅਲ ਟੂ n3। ਇਹ ਉੱਪਰ ਵਾਲੇ ਐਕਸਪ੍ਰੈਸ਼ਨ ਤੇ ਨੀਚੇ ਵਾਲੇ ਐਕਸਪ੍ਰੈਸ਼ਨ ਦਾ ਮੀਨਿੰਗ ਸੇਮ ਹੈ। ਇਹਦਾ ਮੀਨਿੰਗ ਵੀ ਇਹੀ ਹੈ ਕਿ n1 ਦੇ ਵਿੱਚ n3 ਨੂੰ ਪਲੱਸ ਕਰ ਤੇ n1 ਦੇ ਵਿੱਚ ਸਟੋਰ ਕਰ। ਠੀਕ ਹੈ,
बट ये बच्चों देखो मैमरी घट लगती है, ऑपरेटर जिहड़ा फास्ट हुंदा है, जिस तरह N1 ये जी साडी मैमरी ये किन्ने बच्चों देखो लगते ब्लॉक्स 1 2 3 4 एंड 5, तो ये 1 2 3 एंड 4, यानी कि जिहड़ा वेरीएबल असी रिपीट करना वो दोबारा देने की जरूरत नहीं हैगी। सो ईजली एक्सप्रैशन साडा कैलकुलेट हो जाता है, इसलिए इनू शॉर्ट हैंड ऑपरेटर कहा जाता है क्योंकि ये घट मैमरी यूज करता है। सो इसी तरह सानू उहदी सम ते वैल्यू ऑफ N1 जिहड़ी है उन्होंने शो करेगा। सो इसनू रन करके देखते हैं। सो फर्स्ट नंबर असी सपोज देता 12 ते सैकेंड नंबर असी देता 4। ठीक है बच्चों, सो देखो सम कितना आ गया 16 ते वैल्यू ऑफ N1 इज 28 क्योंकि N1 ਦੇ ਵਿੱਚ ਉਹਨੇ N2 ਨੂੰ ਪਲੱਸ ਕਰ ਦਿੱਤਾ, 16 ਦੇ ਵਿੱਚ 12 ਨੂੰ ਪਲੱਸ ਕਰੇਗਾ ਤਾਂ ਵੈਲਿਊ 28 ਆਏਗੀ ਕਿਉਂਕਿ N1 ਦੀ ਵੈਲਿਊ 16 ਨੇ ਇਸ ਟਾਈਮ ਤੇ। ਠੀਕ ਹੈ, तो 16 ਦੇ ਵਿੱਚ 12 ਨੂੰ ਪਲੱਸ ਕਰੇਗਾ ਤਾਂ ਵੈਲਿਊ ਕਿੰਨੀ ਆਏਗੀ ਬੱਚੋ 28। ਸੋ ਇਹ ਸਾਡਾ ਸ਼ਾਰਟ ਹੈਂਡ ਆਪਰੇਟਰ ਦੀ ਐਗਜ਼ਾਮਪਲ ਹੈਗੀ ਹੈ। ਸੋ ਨੈਕਸਟ ਪ੍ਰੋਗਰਾਮ ਅਸੀਂ ਦੇਖਦੇ ਹਾਂ। ਇਹ ਪ੍ਰੋਗਰਾਮ ਬੱਚੋ ਸਾਡਾ ਇਨਕਰੀਮੈਂਟ ਐਂਡ ਡਿਕਰੀਮੈਂਟ ਆਪਰੇਟਰ ਦੀ ਐਗਜ਼ਾਮਪਲ ਹੈਗੀ ਹੈ। ਸੋ ਜਿੱਥੇ ਅਸੀਂ ਇੱਕ ਵੈਲਿਊ ਕਿਸੇ ਵੇਰੀਏਬਲ ਦੀ ਵਧਾਉਣੀ ਹੋਵੇ ਜਾਂ ਇੱਕ ਵੈਲਿਊ ਘਟਾਉਣੀ ਹੋਵੇ, ਉਸ ਕੇਸ ਦੇ ਵਿੱਚ ਬੈਸਟ ਸਾਡੇ ਕੋਲ ਹੈਗਾ ਇਨਕਰੀਮੈਂਟ ਅਤੇ ਡਿਕਰੀਮੈਂਟ ਆਪਰੇਟਰ ਜਿਹੜਾ ਹੈਗਾ ਉਹਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਇਹ ਇੱਕ ਵੈਲਿਊ ਨੂੰ ਜਾਂ ਤਾਂ ਇਨਕਰੀਜ਼ ਕਰੇਗਾ ਵੇਰੀਏਬਲ ਦੀ ਜਾਂ ਇੱਕ ਵੈਲਿਊ ਡਿਕਰੀਜ਼ ਕਰੇਗਾ। ਠੀਕ ਹੈ, ਉਸ ਕੇਸ ਦੇ ਵਿੱਚ ਸਭ ਤੋਂ ਬੈਸਟ ਹੈਗਾ ਹੈ यही ऑपरेटर। इनू असी दो तरीकों ਨਾਲ यूज करते हैं, प्रीफिक्स एंड पोस्टफिक्स। प्रीफिक्स ਦੇ ਵਿੱਚ ਬੱਚੋ ਪਹਿਲਾਂ ਸਾਡਾ ਜਿਹੜਾ ऑपरेटर आएगा फिर वेरीएबल आएगा। पोस्टफिक्स ਦੇ ਵਿੱਚ ਪਹਿਲਾਂ ਸਾਡਾ वेरीएबल आएगा फिर ऑपरेटर आएगा। आओ नीचे प्रोग्राम बनाया इनू देखते हैं। जिस तरह एक वेरीएबल है इंटीजर आई ਨੂੰ ਅਸੀਂ रीड कर लिया। प्रीफिक्स ਦੀ ਪਹਿਲਾਂ एग्जाम्पल ਦਿੱਤੀ है, ਪਹਿਲਾਂ वैल्यू ऑफ आई ਜਿਹੜਾ प्लस ਜਿਹੜਾ ਉਹਨੂੰ सपोज असी प्रिंट कर, सपोज द वैल्यू ऑफ आई इज 10। इस केस ਦੇ ਵਿੱਚ ਇੱਥੇ ਸਭ ਤੋਂ ਪਹਿਲਾਂ 10 ਪ੍ਰਿੰਟ ਕਰੇਗਾ, ਫਿਰ ਇਹਦੀ ਵੈਲਿਊ ਨੂੰ ਇਨਕਰੀਜ਼ ਕਰੇਗਾ ਕਿਉਂਕਿ ਪਲੱਸ ਪਲੱਸ ਆਪਰੇਟਰ ਅਸੀਂ ਪਹਿਲਾਂ ਦਿੱਤਾ ਹੈ। ਸੋ ਵੈਲਿਊ ਆਫ ਆਈ ਕਿੰਨੀ ਹੋਗੀ 11, ਇੱਥੇ 11 ਪ੍ਰਿੰਟ ਕਰੇਗਾ ਐਂਡ ਅਖੀਰ ਤੇ ਫਿਰ ਵੈਲਿਊ ਆਫ ਆਈ 11 ਹੀ ਰਹੇਗੀ, ਉਹਨੂੰ ਪ੍ਰਿੰਟ ਕਰੇਗਾ। ਸੇਮ ਐਜ਼ ਨੂੰ ਫਿਰ ਅਸੀਂ ਪੋਸਟ ਫਿਕਸ ਦੇ ਨਾਲ ਦੇਖਦੇ ਹਾਂ। ਜੇਕਰ ਪੋਸਟ ਫਿਕਸ ਦੇ ਨਾਲ ਵੈਲਿਊ ਆਫ ਆਈ ਜੇਕਰ ਇੱਥੇ 10 ਹੋਵੇ ਤਾਂ ਸਭ ਤੋਂ ਪਹਿਲਾਂ ਇੱਥੇ 10 ਪ੍ਰਿੰਟ ਕਰੇਗਾ। सो इत्थे की होया आई प्लस प्लस, इट मीनस के वैल्यू ऑफ आई इज प्रोसेस फर्स्ट दैन इनक्रीमेंटेड। सो इत्थे फिर 10 ही प्रिंट करेगा, उसके बाद फिर अगे जाके 11 प्रिंट करेगा क्योंकि पहला वैल्यू नू प्रिंट करेगा उसके बाद इनक्रीमेंट करेगा। सेम एज ही असी जिहड़ा डिक्रीमेंट ऑपरेटर हैगा उन्होंने प्रीफिक्स एंड पोस्टफिक्स दे नाल यूज करते हैं। सो बच्चों प्रीफिक्स दे विच की हुंदा है, वैल्यू ऑफ वेरीएबल इज प्रोसेस फर्स्ट दैन इनक्रीमेंटेड। ठीक है, इस तरह असी उन्होंने चला के देखते हैं हुणे अपने इस प्रोग्राम नू, इहदी आउटपुट की आएगी। सपोज वैल्यू असी 10 दिती, देखो बच्चों पहला वैल्यू आ गई 10, उसके बाद प्लस प्लस आई दी होगी 11। ठीक है, वैल्यू इज इनक्रीमेंटेड फर्स्ट दैन प्रोसेस प्रीफिक्स दे विच। ठीक है, उसके बाद फिर 11। पोस्टफिक्स दे विच की होया, पहला वैल्यू 11 फिर 11 क्योंकि प्लस प्लस ऑपरेटर असी इत्थे भी यूज किया बट इन्हें आई नू पहला प्रिंट करता उसके बाद प्लस किया। इट मीनस के पोस्टफिक्स के केस दे विच की हुंदा है, वैल्यू ऑफ वेरीएबल इज प्रोसेस्ड फर्स्ट दैन इनक्रीमेंटेड एंड प्रीफिक्स दे विच वैल्यू ऑफ वेरीएबल इज इनक्रीमेंटेड फर्स्ट दैन प्रोसेस। ठीक है, इस तरह बच्चों देखो सैकेंड जिहड़ा डिक्रीमेंट ऑपरेटर असी पहला 12 लिया, माइनस माइनस नाल एक वैल्यू घट गई 11 हो गया, फिर 11। पोस्टफिक्स दे विच पहला 11 उसके बाद फिर 11 फिर एक वैल्यू माइनस करके 10 होएगा। नैक्सट बच्चों साडे को टर्नरी ऑपरेटर की एग्जाम्पल हैगी है। एक्चुअली ये कंडीशन के उपर वर्क करता है। जिस तरह असी बेसिकली कंडीशन चैक करनी हो तो इफ यूज़ करते हैं। सो इफ के ब्लॉक की जगह तो असी इनू यूज़ कर सकते हैं। जिस तरह असी 2 नंबर चों बिगेस्ट फाइंड आउट करना है तो मेन साडा इफ कंडीशन ना होएगा, बट इफ की जगह तो असी टर्नरी ऑपरेटर यूज़ करांगे। इनू टर्नरी ऑपरेटर क्यों कहा जाता, क्योंकि ये बच्चों 3 ऑपरेटर असी यूज़ करते हैं जिंदे कंबीनेशन के नाल साडा ये पूरा ब्लॉक बनता है। सो 2 वेरीएबल है असी N1 एंड N2 एंड एक बिग
ਪਹਿਲਾਂ ਦੋਨਾਂ ਵੇਰੀਏਬਲਸ ਨੂੰ ਅਸੀਂ ਰੀਡ ਕਰ ਲਿਆ n1 ਐਂਡ n2 ਨੂੰ। ਉਹਦੇ ਬਾਅਦ ਨੈਕਸਟ ਅਸੀਂ ਦੇਖੋ ਬੱਚੋ ਇੱਥੇ ਆਪਣਾ ਟਰਨਰੀ ਆਪਰੇਟਰ ਜਿਹੜਾ ਹੈਗਾ ਉਹਨੂੰ ਯੂਜ਼ ਕਰ ਰਹੇ ਹਾਂ। ਜਿਸ ਤਰ੍ਹਾਂ ਦੇਖੋ ਬਿਗ ਦੇ ਵਿੱਚ ਸਾਡੀ ਵੈਲਿਊ ਸਟੋਰ ਹੋਏਗੀ। ਸੋ ਇਹ ਸਾਡੀ ਕੰਡੀਸ਼ਨ ਹੈਗੀ ਆ, ਇਹ ਫਸਟ ਬਲੌਕ ਹੋ ਗਿਆ। ਉਹਦੇ ਬਾਅਦ ਕੁਐਸਚਨ ਮਾਰਕ ਸਾਡਾ ਸੈਕੰਡ ਬਲੌਕ ਹੋ ਗਿਆ ਤੇ ਕੋਲਨ ਸਾਡਾ ਥਰਡ ਬਲੌਕ ਹੋ ਗਿਆ। ਇਟ ਮੀਨਸ ਕਿ ਤਿੰਨ ਆਪਰੇਟਰਸ ਨੂੰ ਜੋੜਦਾ ਹੈ। ਸੋ ਇਫ n1 ਇਜ਼ ਗ੍ਰੇਟਰ ਦੈਨ n2 ਇਸ ਕੰਡੀਸ਼ਨ ਨੂੰ ਚੈੱਕ ਕਰੇਗਾ। ਜੇਕਰ ਇਹ ਕੰਡੀਸ਼ਨ ਟਰੂ ਹੈ ਤਾਂ n1 ਦੀ ਵੈਲਿਊ ਬਿਗੇਸਟ ਦੇ ਵਿੱਚ ਸਟੋਰ ਹੋ ਜਾਏਗੀ। ਜੇਕਰ ਇਹ ਕੰਡੀਸ਼ਨ ਫਾਲਸ ਹੈ ਤਾਂ ਫਿਰ n2 ਦੀ ਵੈਲਿਊ ਬਿਗ ਦੇ ਵਿੱਚ ਸਟੋਰ ਹੋ ਜਾਏਗੀ। ਸੋ ਬਿਗੇਸਟ ਨੰਬਰ ਦੋਨਾਂ ਦੇ ਵਿੱਚੋਂ ਸਾਨੂੰ ਦੱਸ ਦੇਗਾ ਜਿਹੜਾ ਵੀ ਹੋਏਗਾ। ਸੋ ਇਹ ਟਰਨਰੀ ਆਪਰੇਟਰ ਦਾ ਪ੍ਰੋਗਰਾਮ ਆਓ ਰਨ ਕਰਕੇ ਦੇਖਦੇ ਹਾਂ। ਜਿਸ ਤਰ੍ਹਾਂ ਫਸਟ ਵੇਰੀਏਬਲ ਮੈਂ 23 ਲਿਆ ਐਂਡ 44 ਤਾਂ ਆਟੋਮੈਟਿਕਲੀ ਕਹੇਗਾ ਬਿਗੇਸਟ ਇਜ਼ 44 ਕਿਉਂਕਿ ਸੈਕੰਡ ਵੇਰੀਏਬਲ ਦੀ ਜਿਹੜੀ ਵੈਲਿਊ ਆ ਉਹ ਸਾਡੀ ਬਿਗ ਦੇ ਵਿੱਚ ਸਟੋਰ ਹੋ ਜਾਏਗੀ। ਸੋ ਨੈਕਸਟ ਪ੍ਰੋਗਰਾਮ ਸਾਡਾ ਹੈਗਾ ਏ ਕੋਮਾ ਆਪਰੇਟਰ ਦੀ ਐਗਜ਼ਾਮਪਲ ਦੇਖਦੇ ਹਾਂ ਬੱਚੋ। ਜਿਸ ਤਰ੍ਹਾਂ ਅਸੀਂ ਮਲਟੀਪਲ ਸਟੇਟਮੈਂਟਸ ਨੂੰ ਕਿਸੇ ਵੇਲੇ ਕੋਮਾ ਆਪਰੇਟਰ ਦੇ ਨਾਲ ਸਿੰਗਲ ਲਾਈਨ 'ਚ ਅਸੀਂ ਦੇ ਸਕਦੇ ਹਾਂ। ਜਿਸ ਤਰ੍ਹਾਂ ਦੇਖੋ ਬੱਚੋ ਅਸੀਂ ਦੋ ਵੇਰੀਏਬਲ ਹੈ n1 ਐਂਡ n2। ਹੁਣ n1 ਐਂਡ n2 ਨੂੰ ਵੈਲਿਊ ਅਸਾਈਨ ਕੀਤੀ ਹੈ। ਸੋ ਇੱਕ ਸਟੇਟਮੈਂਟ ਦੇ ਵਿੱਚ ਹੀ ਅਸੀਂ ਸਾਰਾ ਪ੍ਰੋਗਰਾਮ ਦਿੱਤਾ ਹੈ ਕੋਮਾ ਆਪਰੇਟਰ ਯੂਜ਼ ਕਰਕੇ। ਟੋਟਲ ਦੇ ਵਿੱਚ ਸਭ ਤੋਂ ਪਹਿਲਾਂ n1 ਨੂੰ 20 ਵੈਲਿਊ ਅਸਾਈਨ ਕਰੇਗਾ, ਫਿਰ n2 ਨੂੰ 30 ਵੈਲਿਊ ਅਸਾਈਨ ਕਰੇਗਾ, ਫਿਰ ਨੈਕਸਟ ਕੋਮੇ ਦੇ ਨਾਲ n1 ਨੂੰ ਪਲੱਸ ਕਰੇਗਾ n2 ਦੇ ਨਾਲ ਤੇ ਟੋਟਲ ਦੇ ਵਿੱਚ ਸਟੋਰ ਕਰੇਗਾ। ਆਓ ਇਹਨੂੰ ਪ੍ਰੋਗਰਾਮ ਨੂੰ ਰਨ ਕਰਕੇ ਦੇਖਦੇ ਹਾਂ। ਦੇਖੋ ਟੋਟਲ ਵੈਲਿਊ ਕੀ ਕਹਿੰਦਾ ਹੈਗਾ ਹੈ 50 ਕਿਉਂਕਿ n1 ਦੀ ਵੈਲਿਊ 20 ਤੇ n2 ਦੀ ਵੈਲਿਊ 30 ਆਟੋਮੈਟਿਕਲੀ ਉਹਨੂੰ ਪਲੱਸ ਕਰਕੇ ਬੇਸਿਕਲੀ ਇਹ ਕੋਮਾ ਆਪਰੇਟਰ ਦੇ ਨਾਲ ਅਸੀਂ ਮਲਟੀਪਲ ਜਿਹੜੀਆਂ ਸਟੇਟਮੈਂਟਸ ਹੈਗੀਆਂ ਉਹਨੂੰ ਸਿੰਗਲ ਲਾਈਨ ਦੇ ਵਿੱਚ ਦੇ ਸਕਦੇ ਹਾਂ। ਨੈਕਸਟ ਪ੍ਰੋਗਰਾਮ ਬੱਚੋ ਹੈਗਾ ਸਾਡੇ ਕੋਲ ਸਾਈਜ਼ ਆਫ ਆਪਰੇਟਰ ਦਾ, ਜਿਹੜਾ ਸਾਨੂੰ ਦੱਸਦਾ ਹੈ ਕਿ ਕਿਸੇ ਵੇਰੀਏਬਲ ਦਾ ਸਾਈਜ਼ ਕੀ ਹੈਗਾ ਜਿਹੜੇ ਅਸੀਂ ਵੇਰੀਏਬਲ ਯੂਜ਼ ਕਰ ਰਹੇ ਹਾਂ। ਸਪੋਜ਼ ਜਿਸ ਤਰ੍ਹਾਂ ਦੇਖੋ ਬੱਚੋ ਇੱਥੇ ਅਸੀਂ ਇੰਟੀਜ਼ਰ ਟਾਈਪ n1, ਫਲੋਟ ਟਾਈਪ n2, ਕਰੈਕਟਰ ਟਾਈਪ n3 ਵੇਰੀਏਬਲ ਯੂਜ਼ ਕੀਤਾ ਹੈ ਤੇ ਇੱਥੇ ਸਾਨੂੰ ਉਹਦਾ ਸਾਈਜ਼ ਦੱਸੇਗਾ ਸਾਈਜ਼ ਆਫ ਆਪਰੇਟਰ ਦੇ ਨਾਲ। ਠੀਕ ਹੈ, ਸਾਈਜ਼ ਆਫ n1 ਕੀ ਹੋਏਗਾ, ਸਾਈਜ਼ ਆਫ n2 ਐਂਡ ਸਾਈਜ਼ ਆਫ n3 ਕੀ ਹੋਏਗਾ। n1 ਦੇ ਵਿੱਚ ਅਸੀਂ 10 ਵੈਲਿਊ ਸਟੋਰ ਕੀਤੀ ਹੈ, n2 ਦੇ ਵਿੱਚ ਅਸੀਂ 233.33 ਵੈਲਿਊ ਸਟੋਰ ਕੀਤੀ ਹੈ। और प्रोग्राम ਨੂੰ ਚਲਾ ਕੇ ਦੇਖਦੇ ਹਾਂ। ਦੇਖੋ ਬੱਚੋ ਇੰਟੀਜ਼ਰ ਦੇ n1 ਦੀ ਵੈਲਿਊ 2 ਹੋਏਗੀ, ਫਲੋਟ ਦੀ ਵੈਲਿਊ ਤੁਹਾਨੂੰ ਪਤਾ 4 ਬਾਈਟਸ ਹੁੰਦੀ ਹੈ, ਸੋ ਕਰੈਕਟਰ ਦੀ ਵੈਲਿਊ ਸਿੰਗਲ ਬਾਈਟ ਹੁੰਦੀ ਹੈ। ਸੋ ਇਸ ਤਰ੍ਹਾਂ ਉਹਨਾਂ ਦਾ ਸਾਈਜ਼ ਕੀ ਹੈਗਾ ਵੇਰੀਏਬਲਸ ਦਾ ਸਾਨੂੰ ਉਹ ਦੱਸਦਾ ਹੈਗਾ ਹੈ। ਸੋ ਲਾਸਟ ਬੱਚੋ ਅਸੀਂ ਦੇਖਾਂਗੇ ਕਿ ਇੱਕ ਐਕਸਪ੍ਰੈਸ਼ਨ ਜਿਹੜਾ ਹੈਗਾ ਹੈ ਉਹ ਕਿਸ ਤਰ੍ਹਾਂ ਕੈਲਕੂਲੇਟ ਹੁੰਦਾ ਹੈ, ਕਿਉਂਕਿ ਐਕਸਪ੍ਰੈਸ਼ਨ ਦੇ ਵਿੱਚ ਅਸੀਂ ਡਿਫਰੈਂਟ ਟਾਈਪਸ ਦੇ ਜਿਹੜੇ ਆਪਰੇਟਰਸ ਹੈਗੇ ਆ ਉਹਨੂੰ ਯੂਜ਼ ਕਰਦੇ ਆ। ਸੋ ਉਹ ਜਿਹੜੇ ਆਪਰੇਟਰਸ ਹੈਗੇ ਨੇ ਕਿਸ ਤਰ੍ਹਾਂ ਵਰਕ ਕਰਨਗੇ, ਉਹਨਾਂ ਦੀ ਹਾਇਰਾਰਕੀ ਕੀ ਹੋਏਗੀ, ਫਸਟ ਕਿਹੜੀ ਚੀਜ਼ ਕੈਲਕੂਲੇਟਰ ਹੋਏਗੀ, ਸੈਕੰਡ ਕਿਹੜੀ ਚੀਜ਼ ਕੈਲਕੂਲੇਟਿਵ ਹੋਏਗੀ, ਉਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ। ਜਿਸ ਤਰ੍ਹਾਂ ਮੈਥ ਦੇ ਵਿੱਚ ਵੀ ਤੁਸੀਂ ਬੌਡਮਾਸ ਦਾ ਜਿਹੜਾ ਫਾਰਮੂਲਾ ਦੇਖਿਆ ਹੋਏਗਾ ਕਿ ਸਭ ਤੋਂ ਪਹਿਲਾਂ ਬ੍ਰੈਕਟ ਹੱਲ ਹੁੰਦੀ ਹੈ, ਉਹਦੇ ਬਾਅਦ ਫਿਰ ਨੈਕਸਟ ਆਪਰੇਟਰ ਜਿਹੜੇ ਉਹ ਹੱਲ ਹੁੰਦੇ ਨੇ। ਸੋ ਸੇਮ ਹਾਇਰਾਰਕੀ ਸਾਡੀ ਇਹਨਾਂ ਆਪਰੇਟਰਸ ਦੀ ਵੀ ਹੈਗੀ ਆ ਕਿਸੇ ਐਕਸਪ੍ਰੈਸ਼ਨ ਦੇ ਵਿੱਚ। ਸੋ ਉਹ ਦੇਖਦੇ ਆ ਕਿ ਇੱਕ ਐਕਸਪ੍ਰੈਸ਼ਨ ਦੇ ਵਿੱਚ ਜੇਕਰ ਮਲਟੀਪਲ ਸਾਡੇ ਆਪਰੇਟਰ ਹੈਗੇ ਤਾਂ ਕਿਸ ਤਰ੍ਹਾਂ ਹੱਲ ਹੋਣਗੇ। ਉਹਦੇ ਵਿੱਚ ਬੱਚੋ ਸਭ ਤੋਂ ਪਹਿਲਾਂ ਪੈਰੈਂਥੇਸਿਸ ਸਾਡੀਆਂ ਜਿਹੜੀਆਂ ਉਹ ਦੇਖਿਆ ਜਾਣਗੀਆਂ ਕਿ ਜੇਕਰ ਕੋਈ ਬ੍ਰੈਕਟਸ ਹੈਗੀਆਂ ਨੇ ਤਾਂ ਸਭ ਤੋਂ ਪਹਿਲਾਂ ਬ੍ਰੈਕਟਸ ਦੇ ਇੰਟਰਨਲ ਜੋ ਵੀ ਵੈਲਿਊ ਹੋਏਗੀ ਜਾਂ ਜੋ ਵੀ ਐਕਸਪ੍ਰੈਸ਼ਨ ਹੋਏਗਾ ਉਹ ਕੈਲਕੂਲੇਟ ਹੋਏਗਾ। ਉਹਦੇ ਬਾਅਦ ਨੈਕਸਟ ਬੱਚੋ ਜੇਕਰ ਕੋਈ ਪੋਸਟ ਫਿਕਸ ਆਪਰੇਟਰ ਹੈਗਾ ਤਾਂ ਉਹਦੀ ਕੈਲਕੂਲੇਸ਼ਨ ਹੋਏਗੀ। ਉਹਦੇ ਬਾਅਦ ਬੱਚੋ ਜੇਕਰ ਕੋਈ ਪ੍ਰੀਫਿਕਸ ਹੈਗਾ ਹੈ ਤਾਂ ਉਹਦੀ ਕੈਲਕੂਲੇਸ਼ਨ ਹੋਏਗੀ। ਉਹਦੇ ਬਾਅਦ ਨੈਕਸਟ ਬੱਚੋ ਸਾਡੇ ਕੋਲ ਮਲਟੀਪਲੀਕੇਟਿਵ ਜਿਹੜੇ ਆਪਰੇਟਰ ਹੈਗੇ ਨੇ ਉਹਨਾਂ ਨੂੰ ਯੂਜ਼ ਕਰਾਂਗੇ ਜਾਂ ਉਹ ਕੈਲਕੂਲੇਟ ਹੋਣਗੇ। ਉਹ ਕਿਸ ਤਰ੍ਹਾਂ ਕੈਲਕੂਲੇਟ ਹੋਣਗੇ, ਉਹਨਾਂ ਦੀ ਹਾਇਰਾਰਕੀ ਫਿਰ ਹੋਏਗੀ। ਸਭ ਤੋਂ ਪਹਿਲਾਂ ਮਲਟੀਪਲੀਕੇਸ਼ਨ ਦਾ ਬੱਚੋ ਜੇਕਰ ਹੈਗਾ ਤਾਂ ਉਹ ਹੋਏਗਾ, ਫਿਰ ਡਿਵੀਜ਼ਨ ਦਾ, ਉਹਦੇ ਬਾਅਦ ਮੋਡਿਊਲ ਦਾ, ਮੋਡੂਲਸ ਜਿਹੜਾ ਸਾਡਾ ਹੈਗਾ ਆਪਰੇਟਰ ਉਹਦਾ ਯੂਜ਼ ਹੋਏਗਾ। ਉਹਦੇ ਬਾਅਦ ਨੈਕਸਟ ਬੱਚੋ ਹੈਗਾ ਐਡੀਟਿਵ ਦੇ ਵਿੱਚ ਪਹਿਲਾਂ ਪਲੱਸ ਆਏਗਾ ਫਿਰ ਮਾਈਨਸ ਆਏਗਾ। ਸੋ ਰਿਲੇਸ਼ਨਲ ਆਪਰੇਟਰ ਆਣਗੇ ਗ੍ਰੇਟਰ ਦੈਨ, ਲੈਸ ਦੈਨ, ਗ੍ਰੇਟਰ ਦੈਨ, ਇਕੁਅਲ ਟੂ ਐਂਡ ਲੈਸ ਦੈਨ ਇਕੁਅਲ ਟੂ ਜਿਹੜੇ ਇਸ ਹਾਇਰਾਰਕੀ ਦੇ ਵਿੱਚ ਯੂਜ਼ ਹੋਣਗੇ। ਇਕੁਐਲਿਟੀ ਆਪਰੇਟਰ ਆਏਗਾ। ਉਹਦੇ ਬਾਅਦ ਨੈਕਸਟ ਬੱਚੋ ਜਿਹਦੇ ਸਭ ਤੋਂ ਪਹਿਲਾਂ ਇਕੁਅਲ ਟੂ, ਇਜ਼ ਇਕੁਅਲ ਟੂ ਇਹਨੂੰ ਅਸੀਂ ਕਵਾਂਗੇ, ਜਾਂ ਨਾਟ ਇਕੁਅਲ ਟੂ ਜਿਹੜਾ ਹੈਗਾ ਹੈ ਉਹ ਕੈਲਕੂਲੇਟ ਹੋਏਗਾ। ਉਹਦੇ ਬਾਅਦ ਫਿਰ ਆਏ ਨੈਕਸਟ ਜਿਹੜੀ ਲੌਜੀਕਲ ਐਂਡ ਜਿਹੜਾ ਆਪਰੇਟਰ ਹੈਗਾ ਹੈ ਉਹਦਾ ਵਰਕ ਹੋਏਗਾ। ਉਹਦੇ ਬਾਅਦ ਲੌਜੀਕਲ ਔਰ ਐਂਡ ਲਾਸਟ ਦੇ ਉੱਪਰ ਬੱਚੋ ਫਿਰ ਸਾਡਾ ਅਸਾਈਨਮੈਂਟ ਜਿਹੜਾ ਆਪਰੇਟਰ ਹੈਗਾ ਹੈ ਉਹ ਕੰਮ ਕਰੇਗਾ। ਜੋ ਵੀ ਸਾਡਾ ਐਕਸਪ੍ਰੈਸ਼ਨ ਕੈਲਕੂਲੇਟ ਹੋਏਗਾ ਅਸਾਈਨਮੈਂਟ ਆਪਰੇਟਰ ਉਹਦੀ ਵੈਲਿਊ ਅਸਾਈਨ ਕਰ ਦੇਗਾ
ਵੇਰੀਏਬਲ ਨੂੰ। ਸੋ ਇਹ ਸਾਡੀ ਆਪਰੇਟਰ ਦੀ ਹਾਇਰਾਰਕੀ ਹੈਗੀ ਆ, ਜਿਹਦੇ ਅਕੋਰਡਿੰਗ ਬੱਚੋ ਸਾਡਾ ਸਾਰਾ ਐਕਸਪ੍ਰੈਸ਼ਨ ਜਿਹੜੇ ਨੇ ਉਹ ਕੈਲਕੂਲੇਟ ਹੋਣਗੇ। ਇਸੇ ਆਰਡਰ ਦੇ ਵਿੱਚ ਹੀ ਸਾਰਾ ਐਕਸਪ੍ਰੈਸ਼ਨ ਜਿਹੜੇ ਉਹ ਕੈਲਕੂਲੇਟ ਹੁੰਦੇ ਨੇ। ਜੋ ਇਹ ਸੀਗਾ ਸਾਡਾ ਆਪਰੇਟਰ ਐਂਡ ਐਕਸਪ੍ਰੈਸ਼ਨਸ ਦਾ ਜਿਹੜਾ ਚੈਪਟਰ +1 ਕਲਾਸ ਦਾ ਚੌਥਾ ਚੈਪਟਰ ਸੀਗਾ, ਜਿਹਦੇ ਬਾਰੇ ਅੱਜ ਅਸੀਂ ਜਾਣਕਾਰੀ ਹਾਸਲ ਕੀਤੀ ਆ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਬੱਚੋ, ਤੁਸੀਂ ਮੇਰੀ ਇਸ ਵੀਡੀਓ ਨੂੰ ਦੇਖਿਆ। ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਨੈਕਸਟ ਵੀਡੀਓ ਜਿਹੜੀਆਂ ਹੈਗੀਆਂ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ। ਸੋ ਨੈਕਸਟ ਜਿਹੜੀ ਵੀਡੀਓ ਮੇਰੀ ਬੱਚੋ ਹੈਗੀ ਹੁਣ ਤੁਹਾਡੀ ਮੈਂ ਪਾਰਟ 5 ਦੀ ਲੈ ਕੇ ਆਵਾਂਗਾ ਬਹੁਤ ਜਲਦ। ਸੋ ਥੈਂਕ ਯੂ।